ਵਾਹਿਗੁਰੂ ਜੀ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਕਸ ਮਸ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਮਨ ਦੀਆਂ ਬਿਰਤੀਆਂ ਜੋ ਹਮੇਸ਼ਾ ਹੀ ਬਾਹਰ ਮੁੱਖ ਰਹਿੰਦੀਆਂ ਹੈ, ਪ੍ਰਮਾਣ ਵਿਪਰਜਾ ਨਿੰਦਰਾ ਸਿਮਰਤੀ ਵਿਕਲ, ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀ। ਸਾਵਧਾਨ ਹੋ ਕਰਕੇ ਗੁਰ ਸ਼ਬਦ ਨਾਲ ਜੁੜੀਏ। ਲੜੀਵਾਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਜਿਸ ਪ੍ਰਕਾਰ ਅੱਗੇ ਵਿਚਾਰ ਆ ਰਹੀ ਹੈ, ਉਹ ਆਪ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲ ਪਹਿਲਾ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਸ਼ਬਦ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੈ। ਇਹਦੇ ਉਚਾਰਨ ਦਾ ਕੁਝ ਭੇਦ ਹੈ। ਬਾਕੀ ਮਹੱਲਾ ਸ਼ਬਦ ਆਉਂਦਾ ਹੈ, ਪਰ ਇੱਥੇ ਮਹੱਲ ਸ਼ਬਦ ਆਇਆ। ਮਹੱਲ ਨਾਮ ਦੇ 3 ਸ਼ਬਦ ਵਰਤਣਗੇ ਮਹਾਰਾਜ ਸਾਹਿਬ ਜੀ, 3 ਆਉਣਗੇ। ਅੱਗੇ ਧਿਆਨ ਰੱਖਣਾ ਹੈ। ਇੱਕ ਤਾਂ ਇਹ ਸ਼ਬਦ ਹੈ ਜਾਲ ਮੋਹ ਕਸ ਮਸ ਕਰ, ਇਹਦੇ ਮੂਹਰੇ ਮਹੱਲ ਲਿਖਿਆ ਹੋਇਆ। ਤੇ ਦੂਸਰਾ ਸ਼ਬਦ ਆਏਗਾ ਧਾਤ ਮਿਲਿਆ ਫੁਨ ਧਾਤ ਕੋ, ਇਹਦੇ ਮੂਹਰੇ ਵੀ ਮਹੱਲ ਸ਼ਬਦ ਲਿਖਿਆ ਆਏਗਾ। ਤੀਸਰਾ ਸ਼ਬਦ ਆਏਗਾ ਤਨ ਜਲ ਬਲ ਮਾਟੀ ਭਇਆ, ਇਹਦੇ ਮੂਹਰੇ ਵੀ ਮਹੱਲ ਹੀ ਆਏਗਾ। ਬਾਕੀ ਸਾਰੇ ਥਾਵਾਂ ਤੇ ਮਹੱਲਾ ਹੈ। ਸਤਿਗੁਰੂ ਜੀ ਆਪਣੇ ਪਾਣੇ ਦੇ ਆਪ ਮਾਲਕ ਨੇ। ਕੋਈ ਕਿੰਤੂ ਨਹੀਂ ਬਣਦਾ ਇੱਥੇ ਕਿਉਂ ਨਹੀਂ ਹੈ, ਜਾਂ ਇੱਥੇ ਹੋਣਾ ਚਾਹੀਦਾ ਸੀ, ਇਹ ਸਿੱਖੀ ਦਾ ਅਸੂਲ ਹੀ ਨਹੀਂ ਹੈ। ਜੋ ਗੁਰੂ ਨੇ ਕੀਤਾ ਹੈ ਉਹ ਸਾਡੇ ਲਈ ਸੱਤ ਹੈ। ਇਹ ਭੇਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਦੂਸਰਾ ਇਹ ਸ਼ਬਦ ਦੀ ਉਥਾਨਕਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲਪਨ ਦੇ ਵਿੱਚ ਸਨ, ਇਤਿਹਾਸ ਵਿੱਚ ਆਪ ਜੀ ਦੀ ਉਮਰ ਕਿਤੇ 5 ਸਾਲ ਦੀ ਉਸ ਵੇਲੇ ਲਿਖੀ ਮਿਲਦੀ ਹੈ, ਔਰ ਜੇ ਤਾਰੀਖਾਂ ਦੇ ਹਿਸਾਬ ਸਿਰ ਜਾਈਏ ਤਾਂ 6 ਸਾਲ ਪੂਰੇ ਹੋ ਕੇ ਕੁਝ ਸਮਾਂ ਉੱਤੇ ਚਲਿਆ ਗਿਆ ਸੀ, ਜਦੋਂ ਗੋਪਾਲ ਪਾਦੇ ਦੇ ਕੋਲ ਮਹਿਤਾ ਕਲਿਆਣ ਜੀ ਲੈ ਕੇ ਗਏ। ਕਿਉਂਕਿ 1526 ਵਿੱਚ ਆਪ ਜੀ ਦਾ ਅਵਤਾਰ ਹੋਇਆ। 1533 ਵਿੱਚ ਆਪ ਜੀ ਨੂੰ ਸਕੂਲ ਦੇ ਵਿੱਚ, ਜਿਹਨੂੰ ਹੁਣ ਸਕੂਲ ਕਹਿੰਦੇ ਹੈ, ਉਦੋਂ ਪਾਠਸ਼ਾਲਾ ਕਹਿੰਦੇ ਸੀ, ਗੋਪਾਲ ਪਾਦੇ ਕੋਲ ਲੈ ਕੇ ਸਤਿਗੁਰੂ ਮਹਾਰਾਜ ਦੇ ਪਿਤਾ ਜੀ ਗਏ ਸਨ। ਤੇ ਉੱਥੇ ਇਤਿਹਾਸ 'ਚ ਅੱਗੇ ਚੱਲ ਕੇ 2 ਵਿਚਾਰਾਂ ਫਿਰ ਹੋ ਜਾਂਦੀਆਂ ਹਨ। ਇੱਕ ਤਾਂ ਇਹ ਵੀ ਇਹ ਸ਼ਬਦ ਉੱਥੇ ਉਚਾਰਨ ਕੀਤਾ, ਪਰ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਹਵਾਲਾ ਦਿੱਤਾ ਹੈ ਪੁਰਾਤਨ ਜਨਮ ਸਾਖੀ ਦਾ। ਉਹ ਕਹਿੰਦੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸਭ ਤੋਂ ਪਹਿਲਾ ਸ਼ਬਦ ਜਿਹੜਾ ਸੀ ਉਹ ਆਸਾ ਰਾਗ ਦੀ ਪੱਟੀ ਹੈ, ਜਿਹਦੇ ਨਾਂ ਤੇ ਪੱਟੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਡਾਕਟਰ ਭਾਈ ਵੀਰ ਸਿੰਘ ਦੀ ਗੱਲ ਜਾਣਦਾਰ ਹੈ, ਹਵਾਲਾ ਦੇ ਕੇ ਕੀਤੀ ਹੈ। ਤੇ ਫਿਰ ਇਹ ਅਰਥ ਹੋਇਆ ਕਿ ਪੱਟੀ ਨਾਮ ਦੀ ਬਾਣੀ ਉਸ ਵੇਲੇ ਪਹਿਲਾਂ ਉਚਾਰਨ ਕੀਤੀ, ਜਦੋਂ ਪਾਦੇ ਦਾ ਮਾਨੇ ਢਲ ਗਿਆ ਬਿਲਕੁਲ। ਸੁਨ ਪਾਦਾ ਪਾਇਨ ਭਰਿਓ, ਚਰਨੀ ਪੈ ਗਿਆ ਸਾਰੇ ਬੱਚਿਆਂ ਦੇ ਸਾਹਮਣੇ। ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਬਹੁਤ ਵੱਡੀ ਬਾਤ ਸੀ। ਕਿਤੇ ਕੁਰਸੀ ਤੇ ਬੈਠਾ ਹੈ, ਕਿਤੇ ਕਹਿੰਦਾ ਸੀ ਨਾਨਕ ਤੂੰ ਮੇਰਾ ਵਿਦਿਆਰਥੀ ਹੈ, ਤੂੰ ਪਟਵਾਰੀ ਦਾ ਪੁੱਤਰ ਹੈ, ਮੇਰੀ ਜ਼ਿੰਮੇਵਾਰੀ ਬਣ ਜਾ ਤੈਨੂੰ ਪੜਾਵਾਂ। ਸੁਨ ਪਾਦਾ ਪਾਇਨ ਭਰਿਓ, ਹਾਂ ਓਵੋਦ ਮਤ ਮੰਦ, ਮੈਂ ਮਾਰਾ ਮਤੀ ਮੰਦ ਵਾਲਾ ਹਾਂ। ਤੇ ਤੁਹਾਡੀ ਮਹਿਮਾ ਜਾਣੀ ਨਹੀਂ, ਮੈਂ ਪਹਿਲਾਂ ਮੈਂ ਅਣਜਾਣ ਸੀ, ਮੈਨੂੰ ਹੁਣ ਪਤਾ ਲੱਗ ਗਿਆ ਤੁਸੀਂ ਤਾਂ ਕਰਤਾ ਪੁਰਖ ਹੋ।
ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੁਰਾਣੇ ਸਮੇਂ 'ਚ ਲੱਕੜ ਦੀ ਫੱਟੀ ਤਿਆਰ ਕੀਤੀ ਜਾਂਦੀ ਸੀ, ਉਸੇ ਨੂੰ ਪੱਟੀ ਕਹਿੰਦੇ। ਗਾਜ ਨਹੀਂ ਹੁੰਦੀ, ਉਹ ਮਲ ਕੇ ਚੰਗੀ ਤਰ੍ਹਾਂ ਸੁਕਾਉਣਾ ਧੁੱਪੇ, ਫਿਰ ਉਹਦੇ ਉੱਤੇ ਮਾਸਟਰ ਪੂਰਨੇ ਪਾਉਂਦਾ ਹੁੰਦਾ ਸੀ ਪੈਨਸਲ ਦੇ ਨਾਲ, ਸਿਆਹੀ ਦੇ ਨਾਲ ਉਹਦੇ ਉੱਤੇ ਵਿਦਿਆਰਥੀ ਲਿਖਦਾ ਸੀ। ਇਹ ਪੁਰਾਣੇ ਸਮੇਂ ਦੀ ਪੜ੍ਹਾਈ ਸੀ। ਇਸ ਕਰਕੇ ਮਹਾਰਾਜ ਸਾਹਿਬ ਜੀ ਨੂੰ ਜਦੋਂ ਪੱਟੀ ਪੜ੍ਹਾਉਣ ਲੱਗਾ ਤਾਂ ਮਹਾਰਾਜ ਨੇ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਜੋ ਮੈਨੂੰ ਪੜ੍ਹਾਉਣਾ ਚਾਹੁੰਦਾ ਹੈ, ਜੇ ਗਲਤ ਪੜ੍ਹਾਏਗਾ ਮੈਂ ਨਹੀਂ ਪੜ੍ਹਨਾ। ਪੰਡਤ ਨੇ ਗੁੱਸਾ ਕੀਤਾ ਸੀ ਕਿ ਮੈਂ ਗਲਤ ਪੜ੍ਹਾਉਣਾ ਹੈ। ਕਹਿੰਦੇ ਜੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਕੀ ਪੜ੍ਹਾਉਂਦੇ ਹੋ, ਪਰ ਜੇ ਮੈਨੂੰ ਗਲਤ ਪੜ੍ਹਾਓਗੇ ਮੈਂ ਨਹੀਂ ਪੜ੍ਹਨਾ। ਕਹਿੰਦੇ ਠੀਕ ਹੈ, ਤੂੰ ਉਚਾਰਨ ਕਰ ਓਮ ਨਮੋ ਸਾਰਦਾ ਸਵਸਤ ਏਕ ਹੈ। ਮਾਰੇ ਕਹਿੰਦੇ ਉਹੀ ਗੱਲ ਹੋ ਗਈ, ਫਿਰ ਆਹੀ ਤਾਂ ਗਲਤੀ ਹੈ, ਇਹਦਾ ਅਰਥ ਦੱਸ ਕੀ ਹੈ। ਕਹਿੰਦੇ ਵੀ ਇਹ ਹੈ ਵੀ ਮੈਂ ਨਮਸਕਾਰ ਕਰਦਾ ਹਾਂ ਸਰਸਵਤੀ ਦੇਵੀ ਨੂੰ ਜੋ ਵਿਦਿਆ ਦੀ ਦਾਤੀ ਹੈ। ਮਾਰੇ ਕਹਿੰਦੇ ਮੈਂ ਨਮਸਕਾਰ ਉਹਨੂੰ ਕਰਦਾ ਜਿਹਨੇ ਸਰਸਵਤੀ ਨੂੰ ਪੈਦਾ ਕੀਤਾ ਹੈ। ਪੰਡਤ ਹੈਰਾਨ ਹੋ ਗਿਆ। ਮਹਾਰਾਜ ਨੇ ਸਵਾਲ ਕੀਤਾ ਵੀ ਤੂੰ ਇਹ ਦੱਸ ਜਿਹੜੇ ਅੱਖਰ ਪੜ੍ਹਾਉਣਾ ਹੈ ਇਹਨਾਂ ਦੇ ਅਰਥ ਜਾਣਦਾ ਹੈ? ਕਹਿੰਦੇ ਨਹੀਂ। ਕਹਿੰਦੇ ਫਿਰ ਮੇਰੇ ਕੋਲੋਂ ਸਿੱਖ ਲੈ। ਤੇ ਫਿਰ ਪੱਟੀ ਰਾਮ ਦੀ ਬਾਣੀ ਉਦੋਂ ਉਚਾਰਨ ਕੀਤੀ ਜਦੋਂ ਪਾਦਾ ਚਰਨੀ ਡਿੱਗ ਪਿਆ ਤੇ ਉਸ ਨੇ ਕਿਹਾ ਵੀ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ ਤੁਸੀਂ। ਫਿਰ ਮਹਾਰਾਜ ਸਾਹਿਬ ਨੇ ਇਸ ਸ਼ਬਦ ਦੁਆਰਾ ਪਾਦੇ ਨੂੰ ਉਪਦੇਸ਼ ਦਿੱਤਾ, ਬ੍ਰਹਮ ਗਿਆਨ ਬਖਸ਼ਿਆ ਇਸ ਸ਼ਬਦ ਦੁਆਰਾ। ਉਹ ਜਿਸ ਪ੍ਰਕਾਰ ਵਿੱਚ ਇਹਦੇ 'ਚ ਅਲੰਕਾਰ ਹੈ, ਇੱਕ ਸ਼ਾਹੀ ਦਾ ਅਲੰਕਾਰ ਆਏਗਾ, ਪੜ੍ਹਨ ਦੇ ਵਿੱਚ ਫੱਟੀ ਹੁੰਦੀ ਹੈ, ਪੜ੍ਹਨ ਦੇ ਵਿੱਚ ਕਲਮ ਹੈ, ਪੜ੍ਹਨ ਦੇ ਵਿੱਚ ਦੁਆਤ ਹੈ, ਪੜ੍ਹਨ ਦੇ ਵਿੱਚ ਸਿਆਹੀ ਹੈ। ਇਹ ਸਾਰਾ ਅੰਤਰੀ ਭਾਵ ਵਿੱਚ ਆਏਗਾ। ਸੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸ੍ਰੀ ਰਾਗ ਮਹੱਲ ਪਹਿਲੇ ਦੀ ਵਿਚਾਰ ਹੋ ਗਈ ਅਤੇ ਸ਼ਬਦ ਦੀ ਉਥਾਨਕਾ ਹੋ ਗਈ। ਹੁਣ ਅੱਗੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸੁਣੋ ਜੀ। ਜਾਲ ਮੋਹ ਕਸ ਮਸ ਕਰ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਅੱਧੀ ਤੁਕ ਵਿੱਚ ਮਸ ਸ਼ਬਦ ਆ ਗਿਆ। ਇੱਕ ਤਾਂ ਉਹਨੂੰ ਮਸ ਨਹੀਂ ਕਹਿਣਾ, ਉਹਨੂੰ ਮਸ ਕਹਿਣਾ ਹੈ, ਸਿਆਹੀ ਦਾ ਨਾਮ ਹੈ ਇਹ। ਪੁਰਾਣੇ ਸਮੇਂ ਦੇ ਅੰਦਰ ਸਿਆਹੀ ਤਿਆਰ ਕਰਨ ਦਾ ਇਹ ਤਰੀਕਾ ਹੁੰਦਾ ਸੀ, ਸਰੋਂ ਦੇ ਤੇਲ ਦਾ ਦੀਵਾ ਬਾਲ ਲੈਣਾ। ਜਦੋਂ ਸਰੋਂ ਦੇ ਤੇਲ ਦਾ ਦੀਵਾ ਬਾਲਣਾ, ਉਹਦੇ ਉੱਤੇ ਫਿਰ ਠੂਠੀ ਇਸ ਤਰ੍ਹਾਂ ਲਟਕਾ ਦੇਣੀ ਉੱਪਰ, ਜਿੱਥੇ ਲਾਟ ਉਹਦੀ ਜਾਂਦੀ ਹੈ ਐ, ਤੇ ਉਹਦੀ ਲਾਟ ਦੇ ਨਾਲ ਇੱਕ ਕਾਲਸ਼ ਲੱਗ ਕੇ ਇੱਕ ਫੁੱਲ ਬਣ ਜਾਂਦਾ ਸੀ। ਉਹਨੂੰ ਖੁਰਚ ਲੈਣਾ, ਖੁਰਚ ਕੇ ਉਹਨੂੰ ਕੁੰਡੀ ਦੇ ਵਿੱਚ ਪਾ ਕੇ ਜਾਂ ਕਿਸੇ ਖਰਲ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਗੜ ਲੈਣਾ। ਇਹ ਜਿਹੜੀ ਸਿਆਹੀ ਹੁੰਦੀ ਸੀ ਇਹਨੂੰ ਕਹਿੰਦੇ ਸੀ ਕੱਚੀ ਸਿਆਹੀ। ਉਸ ਵੇਲੇ ਵੀ ਸਕੂਲਾਂ 'ਚ ਦੋ ਤਰ੍ਹਾਂ ਦੀ ਸਿਆਹੀ ਹੁੰਦੀ, ਕੱਚੀ ਸਿਆਹੀ, ਪੱਕੀ ਸਿਆਹੀ। ਪੱਕੀ ਸਿਆਹੀ ਦਾ ਤਰੀਕਾ ਥੋੜਾ ਜਿਹਾ ਹੋਰ ਸੀ। ਸਰੋਂ ਦੇ ਤੇਲ ਦਾ ਦੀਵਾ ਤਾਂ ਇਸੇ ਤਰ੍ਹਾਂ ਬਾਲਣਾ। ਸਿੱਪੀ ਦੀ ਸ਼ਕਲ ਦਾ ਜਾਂ ਤਾਂ ਕਾਂਸੀ ਦਾ ਬਰਤਨ ਹੁੰਦਾ ਸੀ ਇੱਕ, ਜਿਵੇਂ ਸਿੱਪੀ ਹੁੰਦੀ ਐ ਹੁੰਦਾ ਸੀ ਉਹ, ਉਹਦੇ ਉੱਤੇ ਮੂਧਾ ਮਾਰ ਦੇਣਾ ਤੇ ਉਹਦੇ ਉੱਤੇ ਜਿਹੜੀ ਕਾਲਸ ਲੱਗਦੀ ਜਾਵੇ ਉਹ ਕਾਲਸ ਨੂੰ ਲਾ ਕੇ ਉਹਦੇ ਨਾਲ ਫਿਰ ਗੂੰਦ ਉਹਦੇ ਵਿੱਚ ਪਾ ਕੇ ਰਗੜਨਾ ਚੰਗੀ ਤਰ੍ਹਾਂ। ਗੂੰਦ ਪਾ ਕੇ ਉਹਦੀ ਇੰਨੀ ਰਗੜਾਈ ਕਰਨੀ, ਜਦੋਂ ਇੱਕ ਜਾਨ ਹੋ ਜਾਂਦੀ ਫਿਰ ਪਾਣੀ ਪਾ ਕੇ ਉਹਦੇ ਵਿੱਚ, ਇਹਨੂੰ ਕਹਿੰਦੇ ਸੀ ਪੱਕੀ ਸਿਆਹੀ। ਇਹ ਕੱਚੀ ਤੇ ਪੱਕੀ ਦੋ ਤਰ੍ਹਾਂ ਦੀ ਸਿਆਹੀ ਹੁੰਦੀ ਸੀ। ਹੁਣ ਇੱਥੇ ਸਿਆਹੀ ਦਾ ਅਲੰਕਾਰ ਹੈ, ਇਹ ਜੇ ਆਪਾਂ ਵਿਚਾਰਾਂ ਨਾ ਕਰਦੇ ਫਿਰ ਬਹੁਤਾ ਕੁਝ ਪੱਲੇ ਨਹੀਂ ਪੈਂਦਾ ਹੈ। ਤੋ ਇਸ ਕਰਕੇ ਇਹ ਸਿਆਹੀ ਤਿਆਰ ਹੁੰਦੀ, ਇਹ ਸਿਆਹੀ ਬਣਦੀ ਦੇਖੀ ਹੈ। ਤੇ ਜਿਹੜੇ ਪੁਰਾਣੇ ਸਰੀਰ ਨੇ ਉਸ ਵੇਲੇ ਦੇ ਸਕੂਲਾਂ ਦੇ ਵਿੱਚ ਇਹ ਐਸਾ ਹੁੰਦਾ ਸੀ ਸਾਰਾ। ਤੋ ਮਹਾਰਾਜ ਸਾਹਿਬ ਜੀ ਨੇ ਇੱਥੇ ਫਿਰ ਸਾਹਿਬ ਤੋਂ ਪਹਿਲਾਂ ਤਾਂ ਸਿਆਹੀ ਵਜਾਉਣ ਦੀ ਵਿਧੀ ਦੱਸੀ ਹੈ। ਇਹਦੇ 'ਚ ਇੱਕ ਹੋਰ ਭੇਦ ਵੀ ਜਾਣਨਾ, ਜੇ ਅੱਜ ਦੇ ਸੰਸਾਰ ਦੇ ਕਿਤੇ ਅਕਲ 'ਚ ਆ ਜਾਵੇ ਗੱਲ। ਸਿਆਹੀ ਤਿਆਰ ਕਰਨ ਵੇਲੇ ਸਰੋਂ ਦੇ ਤੇਲ ਦਾ ਦੀਵਾ ਬਾਲਿਆ ਜਾਂਦਾ ਸੀ, ਮਿੱਟੀ ਦਾ ਨਹੀਂ। ਕਾਰਨ ਕੀ ਹੈ? ਜਦੋਂ ਵੀ ਅੱਗ ਬਲਦੀ ਹੈ
ਲੱਕੜਾਂ ਦੀ ਅੱਗ, ਪੱਥਰ ਦੇ ਕੋਲਿਆਂ ਦੀ ਅੱਗ ਤੇ ਗੈਸ ਦੀ ਅੱਗ। ਇਹਨਾਂ ਸਾਰੀਆਂ ਅੱਗਾਂ ਵਿੱਚ ਬਹੁਤ ਜ਼ਿਆਦਾ ਭੇਦ ਹੈ। ਦੇਗ ਬਣਾਉਣ ਵੇਲੇ ਚੁੱਲ੍ਹੇ ਦੇ ਵਿੱਚ ਲੱਕੜਾਂ ਦੀ ਅੱਗ ਕਿਉਂ ਮੰਨੀ ਜਾਂਦੀ ਸੀ? ਹੁਣ ਤੱਕ ਸਮਾਂ ਪਹਿਰਾ ਬਦਲ ਗਿਆ, ਹੁਣ ਦੀ ਨਹੀਂ ਮੈਂ ਗੱਲ ਕਰ ਰਿਹਾ, ਹੁਣ ਤਾਂ ਸਭ ਦੀ ਬੇਵਸੀ। ਦੇਗ ਬਣਾਉਣ ਵੇਲੇ ਲੱਕੜਾਂ ਵਾਲੀ ਅੱਗ ਚਾਹੀਦੀ ਸੀ, ਤੇ ਉਹਦਾ ਕਾਰਨ ਕੀ ਹੈ? ਜਿਹੜੀ ਲੱਕੜ ਦੀ ਅੱਗ ਹੈ ਉਹਦੇ 'ਚ ਲੱਕੜ ਦੀ ਅੰਸ਼ ਸੜ ਰਹੀ ਹੈ ਨਾਲ, ਉਹ ਸ਼ੁੱਧ ਤੇ ਪਵਿੱਤਰ ਅੱਗ ਹੈ। ਜਦੋਂ ਗੋਹੇ ਦੀ ਅੱਗ ਸੜੇਗੀ ਉਹਦੇ ਵਿੱਚ ਪਸ਼ੂ ਦੀ ਗੰਦਗੀ ਦਾ ਭਾਵ ਵੀ ਨਾਲ ਸੜੇਗਾ, ਤੇ ਫਿਰ ਜਿਸ ਵੇਲੇ ਮਿੱਟੀ ਦਾ ਤੇਲ ਸੜਦਾ ਹੈ ਉਹਦੇ 'ਚ ਮਿੱਟੀ ਦੇ ਤੇਲ ਦੀ ਅੰਸ਼ ਅੱਗ ਦੇ ਵਿੱਚ ਜਾ ਰਹੀ ਹੈ, ਤਾਂ ਹੀ ਸੜਦਾ ਉਹ। ਜਦੋਂ ਗੈਸ ਜਗਦਾ ਹੈ, ਗੈਸ ਦੀ ਅੱਗ, ਇਹੀ ਨਾ ਸਮਝੋ ਵੀ ਅੱਗ ਹੀ ਹੈ, ਉਹਦੇ ਵਿੱਚ ਗੈਸ ਵੀ ਨਾਲ ਸੜ ਰਿਹਾ, ਨਾਲ ਕੱਚਾ ਗੈਸ। ਹੁਣ ਅੱਜ ਕੱਲ੍ਹ ਕੀ ਕਹਿੰਦੇ ਆ, ਰੋਟੀ ਤਵੇ ਤੇ ਲਾਹੀ, ਤਵਾ ਇੱਕ ਪਾਸੇ ਕੀਤਾ, ਰੋਟੀ ਚੱਕ ਕੇ ਅੱਗ ਦੇ ਉੱਤੇ ਹੀ ਸੇਕਣੀ ਸ਼ੁਰੂ ਕਰ ਦੇਣੀ ਹੈ। ਉਹਦੇ ਨਾਲ ਕੀ ਹੁੰਦਾ ਹੈ? ਗੈਸ ਦਾ ਜਿਹੜਾ ਕੱਚਾ ਗੈਸ ਹੈ ਉਹ ਰੋਟੀ ਦੇ ਵਿੱਚ ਜਾ ਸਮਾਉਂਦਾ ਹੈ। ਕਿੰਨੀਆਂ ਬਿਮਾਰੀਆਂ ਪੈਦਾ ਕਰਦਾ ਇਹ ਮੈਂ ਗਿਣ ਨਹੀਂ ਸਕਦਾ, ਪਰ ਸਭ ਤੋਂ ਵੱਡੀ ਬਿਮਾਰੀ ਗੈਸ ਦੀ ਤਾਂ ਪੈਦਾ ਹੁੰਦੀ ਹੈ ਇਹਦੇ ਨਾਲ। ਤੋ ਇਸ ਕਰਕੇ ਸਰੋਂ ਦੇ ਤੇਲ ਦਾ ਦੀਵਾ ਤਾਂ ਜਗਾਇਆ ਜਾਂਦਾ ਸੀ, ਸਰੋਂ ਦੀ ਧੰਦਿਆਈ ਉਸ ਕਾਲਸ ਦੇ ਵਿੱਚ ਚਲੀ ਜਾਂਦੀ ਸੀ, ਜਦੋਂ ਕਿ ਸਿਆਹੀ ਦੇ ਵਿੱਚ ਉਹ ਪੱਕੀ ਸਿਆਹੀ ਬਣਾਉਣ ਵਾਸਤੇ ਗੂੰਦ ਨਾਲ ਮਿਲ ਕੇ ਸਿਆਹੀ ਤਿਆਰ ਹੁੰਦੀ ਸੀ। ਤੇ ਇਸ ਕਰਕੇ ਕੁਝ ਦੁਨਿਆਵੀ ਗੱਲ ਸੀ ਹੈ। ਆਓ ਹੁਣ ਪਰਮਾਰਥ ਦੇ ਵਿੱਚ ਕੀ ਹੈ? ਜਾਲ ਮੋਹ ਕਸ ਮਸ ਕਰ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਮੋਹ ਹੈ ਇਹਨੂੰ ਜਲਾ ਦੇ, ਤੇ ਇਸ ਨੂੰ ਜਲਾ ਕੇ ਗਿਆਨ ਦੀ ਅਗਨੀ ਦੇ ਨਾਲ ਸੜੂਗਾ ਇਹ ਮੋਹ। ਕਿਹੜਾ ਹੈ? ਪਹਿਲਾਂ ਤਾਂ ਆਪਣੀ ਦੇਹ ਦੇ ਮੋਹ ਦੇਖ ਲਓ, ਫਿਰ ਦੇਹ ਦੇ ਸੰਬੰਧੀਆਂ ਦਾ, ਫਿਰ ਸੰਬੰਧੀਆਂ ਦੇ ਸੰਬੰਧੀਆਂ ਦਾ, ਫਿਰ ਦੇਹ ਦੇ ਨਾਲ ਸੰਬੰਧਿਤ ਪਦਾਰਥਾਂ ਦਾ। ਮੋਹ ਇੱਕ ਐਸੀ ਬਿਮਾਰੀ ਜਨਮ ਤੋਂ ਚਿਮੜੀ ਹੈ, ਮਰਨ ਤੱਕ ਇਹ ਬਿਮਾਰੀ ਨਾਲ ਰਹਿੰਦੀ, ਮਰਨ ਤੱਕ ਸਾਥ ਨਹੀਂ ਛੱਡਦੀ। ਜਿਨ੍ਹਾਂ ਦਾ ਇਹ ਸਾਥ ਛੱਡ ਜਾਏ ਉਹ ਭਗਤੀ 'ਚ ਕਾਮਯਾਬ ਹੋ ਜਾਂਦੇ ਨੇ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ। ਮੋਹ ਉਹਨਾਂ ਦਾ ਟੁੱਟੇਗਾ ਜਿਹੜੇ ਸ਼ਬਦ ਦੇ ਨਾਲ ਜੁੜੇਗੇ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਇੱਥੋਂ ਟੁੱਟੂਗਾ, ਗਿਆਨ ਦੁਆਰਾ ਟੁੱਟੂਗਾ, ਅੰਦਰੋਂ ਟੁੱਟੂਗਾ। ਜੁੜਿਆ ਵੀ ਅੰਦਰੋਂ ਹੈ, ਸੰਬੰਧੀਆਂ ਨਾਲ ਅਸੀਂ ਬਾਹਰੋਂ ਨਹੀਂ ਜੁੜੇ, ਅੰਦਰੋਂ ਜੁੜੇ ਹਾਂ। ਮਹਾਰਾਜ ਕਹਿੰਦੇ ਪਾਦਾ ਜੀ ਇਹ ਬਹੁਤ ਬੁਰੀ ਬਿਮਾਰੀ ਹੈ। ਸਤਿਗੁਰੂ ਵੈਦ ਬਣ ਕੇ ਪਾਦੇ ਦਾ ਇਲਾਜ ਵੀ ਕਰ ਰਹੇ। ਕਹਿੰਦੇ ਇਸ ਨੂੰ ਗਿਆਨ ਅਗਰੀ ਦੇ ਨਾਲ ਸੜ ਦੇ, ਤੇ ਫਿਰ ਅਭਿਆਸ ਕਰਨ ਰੂਪ ਇਹਨੂੰ ਘਸਾਉਣਾ ਕਰ, ਰਗੜ ਕਰ, ਜਿਹੜਾ ਅਭਿਆਸ ਕਰਨਾ ਇਹਦਾ। ਜਾਲ ਮੋਹ ਕਸਮ। ਫਿਰ ਕੀ ਹੋਏਗਾ? ਇਹਦੇ ਵਿੱਚੋਂ ਫਿਰ ਸਿਆਹੀ ਬਣੇਗੀ, ਜਿਹੜੀ ਤੇਰੇ ਰੱਬ ਦੇ ਅੱਖਰ ਲਿਖਣ ਵਾਸਤੇ, ਇਹ ਹਿਰਦੇ ਦੀ ਪੱਟੀ ਤੇਲ ਵਾਸਤੇ ਕੰਮ ਆਏਗੀ। ਤੋ ਇਸ ਕਰਕੇ ਫਿਰ ਇਹ ਪਹਿਲਾਂ ਤੂੰ ਮਸ ਸਿਆਹੀ ਬਣਾਉਣਾ ਕਰ। ਜਦੋਂ ਤੇਰੀ ਸਿਆਹੀ ਬਣ ਗਈ, ਮਤ ਕਾਗਦ ਕਰ ਸਾਰ। ਫਿਰ ਕਾਗਜ਼ ਦੀ ਲੋੜ ਪਏਗੀ, ਫਿਰ ਕਲਮ ਦੀ ਲੋੜ ਪਏਗੀ, ਤੇ ਫਿਰ ਆਪਣੀ ਜਿਹੜੀ ਬੁੱਧ ਹੈ, ਆਤਮ ਵਿਸ਼ੈਣੀ ਬੁੱਧ ਕਹਿੰਦੇ ਨੇ ਉਸ ਨੂੰ, ਆਤਮਾ ਨੂੰ ਵਿਸ਼ੇ ਕਰਨ ਵਾਲੀ। ਹੁਣ ਸਾਡੀ ਬੁੱਧ ਤਾਂ ਹੈਗੀ ਸਾਡੇ ਕੋਲ, ਵਿਸ਼ੇ ਵਿਸ਼ੈਣੀ ਹੈ, ਵਿਸ਼ਿਆਂ ਦੀ ਵਾਸ਼ਨਾ ਦੇ ਵਿੱਚ ਖਿੱਚਤ ਹੈ। ਅਨਾਤਮਾਕਾਰ ਬਿਰਤੀ ਹੋ ਰਹੀ ਹੈ, ਆਤਮਾਕਾਰ ਹੋ ਜਾਏਗੀ। ਵਿਸ਼ੇ ਵਿਸ਼ਾਣੀ ਬੁੱਧ ਨੂੰ ਬਦਲ ਕੇ, ਇਹਨੂੰ ਕਹਿੰਦੇ ਬੁੱਧ ਬਦਲੀ ਸਿੱਧ ਪਾਈ। ਆਤਮ ਵਿਸ਼ੈਣੀ ਮਤ ਜਿਹੜੀ ਬੁੱਧ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲਾ, ਇਹਨੂੰ ਸ੍ਰੇਸ਼ਟ ਸਾਰ ਨਾਮ ਸ੍ਰੇਸ਼ਟ, ਇਹ ਕਾਗਜ਼ ਬਣਾ ਲੈ ਭਾਈ। ਇਹ ਪਾਦਾ ਜੀ। ਤੇ ਮਹਾਰਾਜ ਸਾਹਿਬ ਜੀ ਨੇ ਜੋ ਉੱਥੇ ਉਪਦੇਸ਼ ਦਿੱਤਾ ਸੀ, ਸ੍ਰੀ ਨਾਨਕ ਪ੍ਰਕਾਸ਼ ਵਿੱਚ ਬਚਨ ਆਉਂਦਾ ਹੈ, ਦੇਹ ਦੇਵਟੀ ਕੇ ਵਿਖੇ ਨੇਹ ਮੋਹ ਭਰਪੂਰ,
ਬਾਤੀ ਵਿਸ਼ਿਆਨ ਬਾਸਨਾ ਅਗਨ ਗਿਆਨ ਤੇ ਦੂਰ। ਮੋਹ ਰੂਪੀ ਤੇਲ, ਵਿਸ਼ਿਆਂ ਰੂਪੀ ਬੱਤੀ, ਇਹ ਦੇਖੋ ਅੰਤਰੀ ਬਹਿ ਸਾਰਾ। ਮੋਹ ਰੂਪੀ ਤੇਲ, ਵਿਸ਼ਿਆਂ ਰੂਪੀ ਬੱਤੀ ਹੈ ਇਹਦੇ ਵਿੱਚ, ਤੇ ਅੰਤਸ਼ਕਰਨ ਦਾ ਦੀਵਾ ਹੈ, ਤੇ ਗਿਆਨ ਰੂਪੀ ਅਗਨੀ, ਤੇ ਸ਼ਰਧਾ ਰੂਪੀ ਠੂਠੀ। ਜਿਵੇਂ ਪਹਿਲਾਂ ਸੁਣਿਆ ਸੀ ਤੁਸੀਂ, ਇਹ ਕਿਵੇਂ ਬਣੇਗੀ ਜਿਹੜੀ ਸਿਆਹੀ ਬਣੇਗੀ। ਤੇ ਜੋ ਕੱਜਲ ਲਾਉਣਾ ਹੈ, ਸਿਆਹੀ ਤਿਆਰ ਕਰਨੀ ਹੈ, ਇਹ ਸਿਆਹੀ ਬਣਾਉਣ ਵਾਸਤੇ ਜਿਹੜਾ ਅਭਿਆਸ ਕਰਨਾ ਹੈ ਉਹ ਘਸਾਉਣਾ ਹੈ। ਮੋਹ ਨੂੰ ਸਾੜ ਕੇ ਗਿਆਨ ਰੂਪੀ ਅਗਨੀ, ਤੇ ਇਸ ਨੂੰ ਘਸਾ ਕੇ ਪ੍ਰਭੂ ਦੀ ਪ੍ਰਾਪਤੀ ਦਾ ਅਭਿਆਸ ਕਰਨਾ ਹੈ। ਇਹ ਸਿਆਹੀ ਬਣਾਉਣਾ ਕਰ। ਜਿਹੜੀ ਆਤਮ ਵਿਸ਼ੈਣੀ ਉੱਤਮ ਮਤ ਹੈ ਪ੍ਰਭੂ ਪ੍ਰਾਪਤੀ ਦਾ ਵਾਲੀ, ਇਹ ਸਾਰ ਸ੍ਰੇਸ਼ਟ ਕਾਗਜ਼ ਬਣਾਉਣਾ ਕਰ। ਤੇ ਕਹਿਣਾ ਕਰ, ਉਤਮ ਮਤ ਮੇਰੇ ਹਿਰਦੇ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗਾ ਨਾਓ। ਇਹ ਪਾਦੇ ਨੂੰ ਉਪਦੇਸ਼ ਨਹੀਂ, ਪੂਰੇ ਸੰਸਾਰ ਨੂੰ ਉਪਦੇਸ਼ ਦਿੱਤਾ। ਕਥਾ ਦਾ ਆਨੰਦ ਤਾਂ ਇਸ ਢੰਗ ਦੇ ਨਾਲ, ਜਿਵੇਂ ਇੱਕ ਤੁਕ ਨੂੰ ਆਪਾਂ ਨੇ ਹੁਣ ਵਿਚਾਰਿਆ, ਪਰ ਫਿਰ ਇਸ ਤਰ੍ਹਾਂ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਏਗਾ। ਉਹਨੂੰ ਧਿਆਨ ਵਿੱਚ ਰੱਖ ਕੇ ਆਨੰਦ ਤਾਂ ਇਸ ਚੀਜ਼ ਦੇ ਵਿੱਚ ਆ ਜਾਵੇ। ਫਿਰ ਆਓ ਅਖਰੀ ਅਰਥ ਵਿਚਾਰ ਅੱਗੇ। ਜਿਸ ਪ੍ਰਕਾਰ ਮਹਾਰਾਜ ਕਹਿੰਦੇ ਨੇ, ਉਹ ਕਹਿੰਦੇ ਮਹਾਰਾਜ ਫਿਰ ਤੁਸੀਂ ਸਿਆਹੀ ਬਣਾਉਣ ਦੀ ਵਿਧੀ ਦੱਸਦੇ, ਹੁਣ ਕਲਮ ਵੀ ਦੱਸ ਦਿਓ। ਪਾਦਾ ਕਹਿੰਦਾ ਫਿਰ ਲਿਖਾਰੀ ਵੀ ਤਾਂ ਕੋਈ ਹੋਰ ਹੀ ਹੋਊਗਾ, ਤੇ ਉਹਦੇ 'ਚ ਜੋ ਲਿਖਣਾ ਹੈ ਉਹਦਾ ਵੀ ਢੰਗ ਦੱਸੋ ਵੀ ਕਿਵੇਂ ਲਿਖਣਾ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਅੱਗੇ ਉਚਾਰਨ ਕੀਤਾ ਸ਼ਬਦ, ਭਾਵ ਕਲਮ ਕਰ ਚਿਤ ਲਿਖਾਰੀ। ਮਹਾਰਾਜ ਕਹਿੰਦੇ ਪਾਦਾ ਜੀ, ਜੋ ਹਿਰਦੇ ਵਿੱਚ ਪਰਮਾਤਮਾ ਦਾ ਭਾਵ ਨਾਮ ਪ੍ਰੇਮ ਦਾ, ਭੱਬੇ ਨੂੰ ਕੰਨਾ ਊੜੇ ਨੂੰ ਔਂਕੜ, ਇਹ ਪ੍ਰੇਮ ਦਾ ਵਾਚਕ ਹੈ। ਜੇ ਭੱਬੇ ਦਾ ਕੰਨਾ ਹਟਿਆ ਹੋਵੇ, ਪਾਦਾ ਆ ਜਾਵੇ ਭਾਵ, ਉਹ ਡਰ ਦਾ ਵਾਚਕ ਬਣੂਗਾ। ਇਹ ਸ਼ਬਦਾਂ ਦੇ ਮਾਤਰਾ ਦੇ ਨਾਲ ਅਰਥ ਬਦਲਦੇ ਆ। ਭਾਉ ਕਲਮ ਕਰ ਚਿਤ ਲੇਖਾਰੀ, ਜਿਹੜਾ ਪਰਮੇਸ਼ਰ ਦਾ ਪ੍ਰੇਮ ਪੈਦਾ ਕਰਨਾ ਹੈ, ਇਸ ਨੂੰ ਕਲਮ ਬਣਾਉਣਾ ਕਰ। ਪ੍ਰੇਮ ਦੀ ਕਲਮ ਬਣਾ ਲੈ। ਆਪਣੇ ਸੁੱਧ ਚਿੱਤ ਨੂੰ ਲਿਖਾਰੀ ਬਣਾਉਣਾ ਕਰ। ਲਿਖਾਰੀ ਅੱਖਰ ਲਿਖਦਾ ਹੈ ਨਾ, ਤੇ ਸਾਡਾ ਚਿੱਤ ਕੀ ਕਰਦਾ ਹੈ? ਉਹ ਅੰਦਰ ਅੱਖਰ ਲਿਖੀ ਜਾਂਦਾ ਹਰ ਵਕਤ। ਅੱਖਰੇ ਹੀ ਨੂੰ ਉਹ ਜਿਹੜੀ ਸੰਕਲਪ ਹੋ ਰਹੇ ਨਾ। ਇਸ ਕਰਕੇ ਇਹ ਸੁੱਧ ਚਿੱਤ ਨੂੰ ਲਿਖਾਰੀ ਬਣਾਉਣਾ ਕਰ। ਤੇ ਜਦੋਂ ਇਹ ਲਿਖਾਰੀ ਤਿਆਰ ਹੋਵੇ, ਤੇਰੇ ਕੋਲ ਕਲਮ ਤਿਆਰ ਹੋਵੇ, ਫਿਰ ਲਿਖਣਾ ਕੀ ਹੈ ਉਹ ਵੀ ਸੁਣ ਲੈ। ਗੁਰ ਪੁੱਛ ਲਿਖ ਵਿਚਾਰ। ਫਿਰ ਬਈ ਆਪਣੀ ਮਰਜ਼ੀ ਦੇ ਨਾਲ ਨਾ, ਜੇ ਬੱਚਾ ਆਪਣੀ ਮਰਜ਼ੀ ਨਾਲ ਫੱਟੀ ਲਿਖਣ ਲੱਗ ਜਵੇ ਨਾ, ਉਹ ਫਿਰ ਘੁੱਗੂ ਘਾਂਗੜੀ ਪਾਊਗਾ, ਕਿਉਂਕਿ ਉਹਨੂੰ ਪਤਾ ਨਹੀਂ ਵੀ ਅੱਖਰ ਕਿਵੇਂ ਹੁੰਦਾ। ਤੇ ਹੁਣ ਜਿਹੜਾ ਟੀਚਰ ਹੈ, ਉਹਨੇ ਅਧਿਆਪਕ ਨੇ ਪਹਿਲਾਂ ਪੂਰਨਾ ਪਾ ਕੇ ਦੇਣਾ। ਉਹ ਕਹਿੰਦਾ ਬੱਚੇ ਇਹਦੇ ਉੱਤੇ ਉੱਤੇ ਕਲਮ ਫੇਰੀ ਚੱਲ, ਇਸ ਤਰ੍ਹਾਂ ਜਿਵੇਂ ਮੈਂ ਲਿਖ ਕੇ ਦਿੱਤਾ। ਮਹਾਰਾਜ ਕਹਿੰਦੇ ਭਾਈ ਗੁਰੂ ਨੂੰ ਪੁੱਛ। ਫਿਰ ਤੇ ਗੁਰੂ ਨੂੰ ਪੁੱਛਣਾ ਕੀ ਹੈ? ਤੇ ਗੁਰੂ ਸਾਹਿਬ ਤੈਨੂੰ ਉਪਦੇਸ਼ ਦੇਣਗੇ। ਉਹਦੇ ਤੇ ਲਿਖਣਾ ਕੀ ਹੈ? ਗੁਰੂ ਤੈਨੂੰ ਕਹੂਗਾ ਭਾਈ ਆਪਣੇ ਹਿਰਦੇ ਦੀ ਪੱਟੀ ਦੇ ਉੱਤੇ ਸੱਤ ਦਾ ਨਿਸ਼ਚਾ ਕਰ ਲੈ, ਝੂਠ ਦਾ ਤਿਆਗ ਕਰ ਦੇ। ਸਤ ਅਸਤ ਦੇ ਨਿਰਣੇ ਦੀ ਜਿਹੜੀ ਵਿਚਾਰ ਹੈ ਉਹੀ ਲਿਖਣੀ ਹੈ। ਇਸ ਦੇ ਉੱਪਰ ਨਹੀਂ ਵਿਚਾਰ, ਇਹ ਤੋਂ ਉੱਪਰ ਵਿਚਾਰ ਹੀ ਕੋਈ ਨਹੀਂ ਹੈ। ਜਾ ਕੇ ਮਨ ਵਸਿਆ ਨਿਰੰਗ, ਉਹ ਜਿਹਦੇ ਮਨ ਦੇ ਵਿੱਚ ਵਾਹਿਗੁਰੂ ਵਸ ਗਿਆ, ਇਹ ਸਭ ਤੋਂ ਉੱਤਮ ਹੈ। ਤੋ ਇਸ ਕਰਕੇ ਇਹ ਜਿਹੜਾ ਨਿਸ਼ਚਾ ਕਰਨਾ ਹੈ ਕਿ ਸਰੀਰ ਮਿਥਿਆ ਹੈ ਮਿਥਿਆ ਹੀ। ਅਗਿਆਨ ਨਿਸ਼ਚਾ ਨਹੀਂ ਹੋਣ ਦਿੰਦਾ, ਇਹਦੇ ਤੇ ਨਿਸ਼ਚਾ ਕਰਨਾ। ਜਣੀ ਝੂਠ ਨੂੰ ਪਰੇ ਕਰਨਾ। ਇਹ ਝੂਠ ਹੈ ਨਾ ਜਿਹੜਾ ਅੰਦਰ ਤੋਂ ਵੀ ਮੈਂ ਹਮੇਸ਼ਾ ਹੀ ਰਹੂੰਗਾ, ਚਲੋ ਜੀ ਫਲਾਨਾ ਮਰਿਆ ਮੈਂ ਤਾਂ ਅਜੇ ਜਿਉਂਦਾ, ਇਹ ਤਾਂ ਕੂਕਰ ਦ੍ਰਿਸ਼ਟੀ ਹੈ। ਇੱਕ ਥਾਂ ਕਿਸੇ ਵਿਦਵਾਨ ਦਾ ਪੜ੍ਹਿਆ ਸੀ, ਕਹਿੰਦੇ ਜਦੋਂ ਕੁੱਤਾ ਮਰਦਾ ਹੈ, ਦੂਜਾ ਕੁੱਤਾ ਜਿਹੜਾ ਆਕੜ ਕੇ ਤੁਰਨ ਲੱਗ ਜਾਂਦਾ ਹੈ। ਕਿਉਂ? ਕਹਿੰਦਾ ਚੰਗਾ ਹੋਇਆ ਮਰ ਗਿਆ, ਇਹਦੀ ਵਾਲੀ ਬੁਰਕੀ ਮੇਰੇ ਹਿੱਸੇ 'ਚ ਆ ਜੂਗੀ। ਤੇ ਮਨੁੱਖ ਕੀ ਸੋਚਦਾ ਹੈ? ਇਹ ਮਰ ਜਾਵੇ, ਇਹਦਾ ਮਕਾਨ, ਇਹਦੀ ਜਾਇਦਾਦ ਤੇ ਇਹਦਾ ਧਨ ਮੈਨੂੰ ਮਿਲ ਜਾਏ। ਫਿਰ ਕੁੱਤੇ ਨਾਲੋਂ ਕੀ ਫਰਕ ਹੈ ਭਾਈ? ਫਿਰ ਇਹ ਸਰੀਰ ਨੂੰ ਮਿਥਿਆ ਨਿਸ਼ਚੇ ਕਰਨਾ। ਸਾਧੋ ਇਹ ਤਨ ਮਿਥਿਆ ਜਾਨੋ,
ਜਾਂ ਪੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਇਹ ਹੈ ਵਿਚਾਰ। ਪਦ ਨੇ ਕਿਹਾ, ਮਹਾਰਾਜ ਮੈਨੂੰ ਜੋ ਤੁਸੀਂ ਆਪ ਜੀ ਉਪਦੇਸ਼ ਦੇ ਰਹੇ ਹੋ ਤੇ ਕਿਰਪਾ ਕਰੋ, ਹੁਣ ਵਿਚਾਲੇ ਨਾ ਛੱਡਿਓ, ਹੁਣ ਗਾਹਾਂ ਹੋਰ ਵੀ ਕਿਰਪਾ ਕਰ ਦਿਓ। ਪਦ ਦਾ ਵੀ ਲਾਲਚੀ ਬਣ ਗਿਆ। ਫਿਰ ਜਦੋਂ ਰਸ ਆਉਣ ਲੱਗਿਆ, ਕਹਿੰਦਾ ਮਹਾਰਾਜ ਮੈਂ ਤੁਹਾਨੂੰ ਗੁਰੂ ਮੰਨ ਲਿਆ, ਛੋਟੀ ਜੀ ਉਮਰ ਹੈ, ਬਾਲ ਅਵਸਥਾ, ਮੈਂ ਤੁਹਾਨੂੰ ਗੁਰੂ ਮੰਨਿਆ, ਤੇ ਹੁਣ ਮੈਨੂੰ ਉਪਦੇਸ਼ ਤੁਸੀਂ ਦਿਓ, ਤੇ ਤੁਸੀਂ ਦੱਸੋ ਵੀ ਮੈਂ ਆਪਣੇ ਹਿਰਦੇ ਦੀ ਪੱਟੀ ਤੇ, ਤੁਸੀਂ ਕਹਿੰਦੇ ਹੋ ਗੁਰ ਪੁੱਛ ਲਿਖ ਵਿਚਾਰ, ਮੈਂ ਕਿਹੜੇ ਗੁਰੂ ਨੂੰ ਪੁੱਛਾਂ, ਤੁਸੀਂ ਮੇਰੇ ਗੁਰੂ ਹੋ। ਮਾਰੇ ਕਹਿੰਦੇ ਲੈ ਫਿਰ ਸੁਣ ਲੈ। ਲਿਖ ਨਾਮ ਸਾਲਾ ਲਿਖ। हे ਪਾਦਾ ਜੀ, ਬੁੱਧੀ ਰੂਪ ਕਾਗਜ਼ ਦੇ ਉੱਤੇ ਪ੍ਰਭੂ ਦੇ ਨਾਮ ਨੂੰ ਲਿਖ, ਯਾਨੀ ਹਿਰਦੇ 'ਚ ਲਿਆ ਨਾਮ। ਮੁਖ ਦੇ ਉੱਤੇ ਨਾਮ ਹੈ, ਠੀਕ ਹੈ, ਮੁਖ ਸਫਲ ਹੈ, ਲੇਕਿਨ ਇੱਕ ਇਹ ਵਿਚਾਰ ਆਉਂਦੇ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪੁੱਛਿਆ ਗਰੀਬ ਨਵਾਜ਼, ਨਾਮ ਜਪ ਰਹੇ ਪਰ ਅਸਰ ਨਹੀਂ ਹੁੰਦਾ। ਮਾਰੇ ਕਹਿੰਦੇ ਦੱਸਾਂਗੇ, ਅੱਜ ਨਹੀਂ ਕਿਸੇ ਦਿਨ ਫੇਰ ਦੱਸਾਂ। ਠੀਕ ਹੈ। ਸ਼ਰਦਈ ਰਗੜੀ ਜਾਂਦੀ ਸੀ ਮਹਾਰਾਜ ਦੀ ਹਜ਼ੂਰੀ ਦੇ ਅੰਦਰ, ਤੇ ਮਹਾਰਾਜ ਸਾਹਿਬ ਜੀ ਜਾਣ ਬੁੱਝ ਕੇ ਕਹਿਣ ਲੱਗੇ ਵੀ ਅੱਜ ਐਂ ਕਰੋ, ਸ਼ਰਦਈ ਦੇ ਵਿੱਚ ਖੁੱਲਾ, ਥੋੜਾ ਨਹੀਂ, ਚੰਗਾ ਹੀ ਪਾ ਲਿਓ, ਸੁਖ ਨਿਧਾਨ, ਸੁੱਖਾ ਪਾ ਲਓ, ਇਹਦੇ ਚ ਭੰਗ ਪਾ ਲਓ। ਸਿੱਖ ਵੀ ਹੈਰਾਨ ਸੀ ਵੀ ਇਹ ਕੀ ਅੱਜ ਮਹਾਰਾਜ, ਪਰ ਕਹਿ ਨਹੀਂ ਸੀ ਸਕਦੇ, ਪਾ ਲਿਆ ਗਾੜਾ ਸੁੱਖਾ ਐਨ। ਮਹਾਰਾਜ ਕਹਿੰਦੇ ਵੀ ਇਹਨੂੰ ਢੱਕ ਕੇ ਮੇਰੇ ਕੋਲ ਲਾਇਆ, ਮਹਾਰਾਜ ਦੀ ਹਜ਼ੂਰੀ ਚ ਲੈ ਆਂਦਾ। ਗਰੀਬ ਨਵਾਜ਼ ਸਤਿਗੁਰੂ ਇੱਕ ਸਿੱਖ ਨੂੰ ਕਹਿੰਦੇ ਉਰੇ ਆ ਬਈ। ਹਾਂ ਮਹਾਰਾਜ। ਕਹਿੰਦੇ ਦਰਸ਼ਨ ਕਰ ਲੈ ਚੰਗੀ ਤਰ੍ਹਾਂ, ਦੇਖੀ ਚੱਲ, ਦੇਖੀ ਚੱਲ। ਹਾਂ ਮਹਾਰਾਜ ਦੇਖ ਲਿਆ, ਢੱਕਤਾ, ਕਹਿੰਦੇ ਬਹਿ ਜਾ ਉੱਥੇ। ਦੂਸਰੇ ਕਹਿੰਦੇ ਉਰੇ ਆ ਬਈ। ਹਾਂ ਮਹਾਰਾਜ। ਕਹਿੰਦੇ ਇਹਦੇ ਵਿੱਚੋਂ 5-7 ਕੁਲੜੀਆਂ ਕਰਕੇ ਬਾਹਰ ਫੈਂਕ ਦੇ। ਕਹਿੰਦਾ ਜੀ 7 ਵਚਨ, ਉਹਨੇ ਇਸ ਤਰ੍ਹਾਂ ਹੀ ਕਰ ਦਿੱਤਾ। ਤੀਸਰੇ ਨੂੰ ਕਹਿੰਦੇ ਇਹਦੇ ਵਿੱਚੋਂ 1-2 ਘੁੱਟਾਂ ਅੰਦਰ ਨਿਗਾਰ ਲਈ, ਉਹਨੇ ਨਿਗਾਰ ਲਈਆਂ। ਚੌਥੇ ਨੂੰ ਕਹਿੰਦੇ ਸਾਰਾ ਹੀ ਬਾਟਾ ਪੀ ਜਾ। ਫੌਜਾਂ ਨੂੰ ਹੁਕਮ ਹੋ ਗਿਆ, ਸਾਰਾ ਬਾਟਾ ਪੀ ਗਈਆਂ। ਸਮਾਂ ਲੰਘਿਆ, ਸੰਗਤਾਂ ਦੇ ਕੋਈ ਗੱਲ ਸਮਝ ਨਾ ਆਈ ਕੀ ਹੋ ਰਿਹਾ ਹੈ। ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਉਹ ਪਹਿਲੇ ਨੂੰ ਕਹਿੰਦੇ ਉਰੇ ਆ ਵੀ। ਹਾਂ। ਕਹਿੰਦੇ ਤੈਨੂੰ ਕੋਈ ਸੁੱਖੇ ਦਾ ਨਸ਼ਾ ਹੋਇਆ? ਕਹਿੰਦਾ ਜੀ ਨਸ਼ਾ ਦੇਖਣ ਦੇ ਨਾਲ ਥੋੜੀ ਹੁੰਦਾ। ਮੈਂ ਤਾਂ ਦਰਸ਼ਨੇ ਕੀਤੇ ਸੀ, ਇਸ ਕਰਕੇ ਨਸ਼ਾ ਮੈਨੂੰ ਕੋਈ ਨਹੀਂ ਹੋਇਆ। ਤੇ ਦੂਸਰੇ ਨੂੰ ਕਹਿਣ ਲੱਗੇ ਵੀ ਤੂੰ, ਕਹਿੰਦਾ ਜੀ ਮੂੰਹ ਤਾਂ ਮਾੜਾ ਜਿਹਾ ਖੁਸ਼ਕ ਜਾ ਹੋਇਆ, ਕੁਰਲੀਆਂ ਕੀਤੀਆਂ ਸੀ, ਪਰ ਹਜ਼ੂਰ ਦਾ ਹੁਕਮ ਸੀ, ਇਸ ਕਰਕੇ ਹੁਣ ਮੂੰਹ ਦੇ ਵਿੱਚੋਂ ਜਦੋਂ ਬਾਹਰ ਫੈਂਕ ਦਿੱਤਾ, ਇਸ ਕਰਕੇ ਮੈਨੂੰ ਇਹਦਾ ਕੋਈ ਅਸਰ ਨਹੀਂ ਹੋਇਆ ਮੇਰੇ ਤੇ। ਐਂ ਅਸਰ ਹੋ ਜਾਂਦਾ ਕਈਆਂ ਦੇ ਉੱਤੇ। ਉਹ ਕਹਿਣ ਲੱਗੇ, ਫਿਰ ਤੀਸਰੇ ਨੂੰ ਬੁਲਾਇਆ। ਕਹਿੰਦੇ ਤੈਨੂੰ, ਕਹਿੰਦਾ ਜੀ ਥੋੜਾ ਜਿਹਾ ਸਰੂਰ ਆ ਰਿਹਾ, ਹੋਸ਼ ਹਵਾਸ ਵੀ ਕਾਇਮ ਤੇ ਸਰੂਰ ਚੰਗਾ ਆ ਰਿਹਾ। ਕਹਿੰਦੇ ਚੌਥੇ ਨੂੰ ਬੁਲਾਓ। ਕਹਿੰਦੇ ਉਹ ਬੁਲਾਉਣ ਜੋਗਾ ਨਹੀਂ ਰਿਹਾ ਹੈ ਕਿ ਉਹਦਾ ਕਹਿੰਦੇ ਗਲੁੱਚ ਹੋਇਆ ਪਿਆ, ਕਹਿੰਦੇ ਪਤਾ ਹੀ ਨਹੀਂ ਵੀ ਕਿੱਥੇ ਹੈ ਕਿੱਥੇ ਨਹੀਂ ਫੌਜਾਂ ਨੂੰ। ਮਾਰੇ ਕਹਿੰਦੇ ਗੱਲ ਸਮਝ ਆਈ ਕੁਛ ਕਿ ਨਹੀਂ? ਕਹਿੰਦੇ ਜੀ ਨਹੀਂ। ਕਹਿੰਦੇ ਇਸੇ ਤਰ੍ਹਾਂ ਗੁਰੂ ਨੂੰ ਕੁਝ ਲੋਕ ਨੇਤਰਾਂ ਦੁਆਰਾ ਦੇਖਦੇ ਹੀ ਹੈ, ਸ਼ਬਦਾਂ ਨੂੰ ਦੇਖਦੇ ਹੀ ਹੈ, ਕਹਿੰਦੇ ਅਸਰ ਕੋਈ ਨਹੀਂ ਹੁੰਦਾ। ਸਤਿਗੁਰੂ ਨੂੰ ਸਭ ਕੁਝ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਦੂਸਰੇ ਉਹ ਨਾ ਜਿਹੜੇ ਬਾਣੀ ਤਾਂ ਪੜ੍ਹਦੇ ਨੇ ਪਰ ਬਾਣੀ ਦੀਆਂ ਕੁਰਲੀਆਂ ਹੀ ਕਰਦੇ ਆ, ਉਹਦਾ ਅਰਥ ਨਹੀਂ ਸਮਝਦੇ, ਕੁਰਲੀਆਂ ਕਰੀ ਜਾਂਦੇ ਨੇ। ਇਸ ਕਰਕੇ ਨਾਮ ਦੀਆਂ ਕੁਰਲੀਆਂ ਕਰਦੇ ਆ, ਵਾਹਿਗੁਰੂ ਵਾਹਿਗੁਰੂ ਮੁਖੋਂ ਕਹਿੰਦੇ ਆ ਪਰ ਅੰਦਰ ਨਹੀਂ ਗਿਆ ਨਾਮ। ਕਹਿੰਦੇ ਉਹ ਦੂਏ ਨਾਲੋਂ ਤਾਂ ਚੰਗਾ ਹੈ ਜਿਹਨੇ ਦਰਸ਼ਨ ਕੀਤੇ ਸੀ, ਥੋੜਾ ਜਿਹਾ ਤਾਂ ਅਸਰ ਹੋਇਆ ਨਾ ਮੂੰਹ ਦੇ ਉੱਤੇ। ਮੁਖ ਕਬੀਰ ਸੋ ਮੁਖ ਧਨ ਹੈ ਜੇ ਮੁਖ ਕਹੀਏ ਰਾਮ, ਪਰ ਅਸਲੀ ਗੱਲ ਨਹੀਂ ਬਣੀ। ਕਹਿੰਦੇ ਤੀਸਰੇ ਉਹ ਨੇ ਜਿਹੜੇ ਥੋੜਾ ਜਿਹਾ ਅਰਥ ਵਿੱਚ ਧਿਆਨ ਰੱਖ ਕੇ ਬਾਣੀ ਦਾ ਰਸ ਲੈਂਦੇ ਆ, ਕਹਿੰਦੇ ਉਹਨਾਂ ਨੂੰ ਫਿਰ ਸਰੂਰ ਆਉਣਾ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਚੌਥੇ ਤਾਂ ਫਿਰ ਉਹ ਨੇ, ਕਹਿੰਦੇ ਜਿਵੇਂ ਫੌਜਾਂ ਦੀ ਤਰ੍ਹਾਂ ਗੁਲਚੇ ਹੋ ਗਿਆ, ਜਦੋਂ ਬ੍ਰਹਮ ਗਿਆਨ ਹੁੰਦਾ ਫਿਰ ਆਪਣੇ ਆਪ ਦਾ ਨਹੀਂ ਪਤਾ ਲੱਗਦਾ ਕਿੱਥੇ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਜੇ ਤੂੰ ਇਹ ਗੱਲ ਕਿਹਾ ਨਾ ਵੀ ਤੁਸੀਂ ਮੇਰੇ ਗੁਰੂ ਹੋ, ਫਿਰ ਆਪਣੇ ਹਿਰਦੇ ਦੇ ਕਾਗਜ਼ ਦੇ ਉੱਤੇ, ਤੇ ਦੁਬਾਰੇ ਬੋਲੋ ਜੀ ਇਹੀ ਪੰਕਤੀ, ਲਿਖ ਨਾਮ ਸਾਲਾਹ ਲਿਖ। ਬੁੱਧੀ ਰੂਪ ਕਾਗਜ਼ ਦੇ ਉੱਤੇ
ਨਾਮ ਨੂੰ ਲਿਖ ਲੈ। ਅਤੇ ਫਿਰ ਇਹਦੇ 'ਚ ਹੋਰ ਕੀ ਲਿਖਣਾ ਹੈ? ਕਹਿੰਦੇ ਹੋਰ ਅੱਖਰ ਨਹੀਂ ਕੋਈ ਲਿਖਣਾ, ਜਾਂ ਤਾਂ ਨਾਮ ਜਪਣਾ ਜਾਂ ਪ੍ਰਮਾਤਮਾ ਦੀ ਸਿਫਤ ਸਲਾਹ ਲਿਖਣੀ ਹੈ, ਜਿਹੜੀ ਪ੍ਰਮਾਤਮਾ ਦੀਆਂ ਸਿਫਤਾਂ ਕਰਨੀਆਂ, ਭਗਤਾਂ ਦੀਆਂ ਸਾਖੀਆਂ ਹੋ ਗਈਆਂ ਤੇ ਸੰਤਾਂ ਭਗਤਾਂ ਗੁਰਸਿੱਖਾਂ ਦੀਆਂ ਹੋ ਗਈਆਂ, ਇਹ ਜਿਨ੍ਹਾਂ ਨੇ ਨਾਮ ਜਪਿਆ ਸਤਿਯੁਗ ਤੋਂ ਲੈ ਕੇ ਧਰੂਮ ਪ੍ਰਲਾਦ ਤੋਂ ਹੁਣ ਤੱਕ। ਗੁਰਬਾਣੀ ਦੇ ਵਿੱਚ ਇੱਕ ਸੰਸਾਰ ਦੇ ਜਿੰਨੇ ਧਾਰਮਿਕ ਗ੍ਰੰਥ ਨੂੰ ਸਭ ਤੋਂ ਵੱਡੀ ਬਾਤ ਇਹ ਹੈ ਗੁਰਬਾਣੀ ਦੀ, ਗੁਰਬਾਣੀ ਨਾਮ ਜਪਣ ਦੀ ਪ੍ਰੇਰਣਾ ਵੀ ਦਿੰਦੀ ਹੈ, ਨਾਮ ਜਪਣ ਦਾ ਉਪਦੇਸ਼ ਵੀ ਦਿੰਦੀ ਹੈ, ਨਾਮ ਦੀਆਂ ਜੁਗਤੀਆਂ ਵੀ ਦੱਸਦੀ ਹੈ, ਤੇ ਖੁਦ ਨਾਮ ਰੂਪ ਵੀ ਹੈ। ਇਹ ਫਰਕ ਹੈ। ਬਾਣੀ ਪੜ੍ਹਦੇ ਆ, ਕਿਸੇ ਮਨਮਤੀ ਦੀ ਸੁਣਨ ਦੀ ਲੋੜ ਨਹੀਂ। ਉਹ ਕਹੇਗਾ ਜੀ ਬਾਣੀ ਹੋਰ ਹੈ, ਨਾਮ ਹੋਰ ਹੈ, ਸਮਝ ਲਓ ਵੀ ਗੁਰਸਿੱਖ ਨਹੀਂ ਹੈ, ਫਿਰ ਉਹ ਸਿੱਖੀ ਤੋਂ ਦੂਰ ਹੈ। ਕਿਤੇ ਨਾ ਕਿਤੇ ਉਹਨੂੰ ਆਪਣੀ ਗਲਤੀ ਅੱਜ ਨਹੀਂ ਤਾਂ ਕੱਲ ਇਹਨੂੰ ਦੂਰ ਕਰ ਲੈਣੀ ਚਾਹੀਦੀ ਹੈ। ਕਹੇ ਨਾਨਕ ਸਦਾ ਗਾਵਹੁ, ਮਹਾਰਾਜ ਕਹਿੰਦੇ ਸਦਾ ਬਾਣੀ ਵਾ, ਕਿਉਂਕਿ ਬਾਣੀ 'ਚ ਵੀ ਨਾਮ ਹੈ। ਦੁੱਧ ਦੇ ਵਿੱਚ ਤਾਂ ਘੀ ਹੈਗਾ ਨਾ, ਇੱਕ ਬੂੰਦ 'ਚ ਵੀ ਘੀ ਹੈ। ਬਾਣੀ ਦੇ ਹਰ ਅੱਖਰ ਵਿੱਚ ਨਾਮ ਹੈ। ਇਸ ਕਰਕੇ ਪਰਮਾਤਮਾ ਦੀ ਸਿਫਤ ਲਿਖ, ਇਹਦੇ ਉੱਤੇ ਲਿਖ ਅੰਤ ਨ ਪਾਰਾਵਾਰ। ਫਿਰ ਪਾਦਾ ਜੀ ਆਪਣੇ ਹਿਰਦੇ ਦੇ ਉੱਤੇ ਇਹ ਵੀ ਲਿਖ ਦੇ ਕਿ ਵਾਹਿਗੁਰੂ ਤੇਰੇ ਪਾਰ ਉਰਾਰ ਦਾ ਕੋਈ ਅੰਤ ਨਹੀਂ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਭਾਵ ਕਿ ਤੂੰ ਬੇਅੰਤ ਹੈ। ਬਾਬਾ ਇਹੋ ਲੇਖਾ ਲਿਖ ਜਾਣ। ਬਾਬਾ ਫਾਰਸੀ ਦਾ ਸ਼ਬਦ ਹੈ, ਬਜ਼ੁਰਗਾਂ ਨੂੰ ਵੀ ਕਹਿੰਦੇ ਆ, ਕਿਉਂਕਿ ਉਮਰ ਦੇ ਵੀ ਸਿਆਣਾ ਸੀ। ਪੰਡਤ ਕਹਿੰਦੇ ਬਾਬਾ ਹੇ ਬਜ਼ੁਰਗੋ, ਇਹ ਪੰਜਾਬ ਦੀ ਬੋਲੀ ਹੈ, ਬਜ਼ੁਰਗਾਂ ਦੇ ਲਈ ਵਰਤਿਆ ਜਾਂਦਾ ਹੈ, ਤੇ ਮਾਝੇ ਦੇ ਵਿੱਚ ਬਾਬਾ ਭਾਈ ਗ੍ਰੰਥੀ ਦੇ ਲਈ ਵਰਤਿਆ ਜਾਂਦਾ ਹੈ, ਤੇ ਇਸ ਕਰਕੇ ਬਾਬਾ ਭਾਈ ਦਾ ਵਾਚਕ ਵੀ ਹੈ। ਹੇ ਪਾਦਾ ਜੀ, ਇਹ ਲੇਖਾ ਲਿਖਣਾ ਜਿਹੜਾ ਨਾ ਆਪਣੇ ਹਿਰਦੇ ਵਿੱਚ ਜਾਣਨਾ ਕਰ ਦੋ। ਤੈਨੂੰ ਲਿਖਣਾ ਨਹੀਂ ਆਉਂਦਾ, ਹੁਣ ਤੱਕ ਤੂੰ ਪਾਦਾ ਤਾਂ ਬਣ ਗਿਆ, ਪਰ ਤੈਨੂੰ ਤਾਂ ਲਿਖਣਾ ਹੀ ਨਹੀਂ ਆਉਂਦਾ। ਉਹ ਕਹਿੰਦਾ ਹਾਂ ਮਹਾਰਾਜ, ਵਾਕਈ ਮੈਨੂੰ ਲਿਖਣਾ ਨਹੀਂ ਆਉਂਦਾ। ਅੱਜ ਪਤਾ ਚੱਲਿਆ ਕਿ ਮੈਂ ਅੱਵਲ ਦਰਜੇ ਦਾ ਅਨਪੜ੍ਹ ਹਾਂ, ਤੁਸੀਂ ਮੈਨੂੰ ਪੜ੍ਹਾ ਰਹੇ ਹੋ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਹੜਾ ਪੰਡਤ ਹੰਕਾਰ ਕਰਦਾ ਸੀ ਮੈਂ ਪੜ੍ਹਾਵਾਂਗਾ, ਗੁਰੂ ਨਾਨਕ ਸਾਹਿਬ ਤੇ ਅੱਜ ਵਿਦਿਆਰਥੀ ਉਹ ਨਹੀਂ, ਚਰਨਾਂ 'ਚ ਬੈਠਾ ਹੈ, ਸਿਰ ਰੱਖ ਦਿੱਤਾ ਹੈ ਚਰਨਾਂ ਤੇ। ਮਹਾਰਾਜ ਸਿੱਖਿਆ ਦਿੰਦੇ ਨੇ, ਜਿੱਥੇ ਲਿਖਾ ਮੰਗਿਆ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਤੂੰ ਇਹ ਕੁਛ ਲੇਖਾ ਲਿਖੇਂਗਾ, ਜਿੱਥੇ ਕਰਮਾਂ ਦਾ ਲੇਖਾ ਧਰਮਰਾਜ ਨੇ ਪੁੱਛਣਾ, ਧਰਮਰਾਜ ਨੇ ਹਰ ਇੱਕ ਤੋਂ ਪੁੱਛਣਾ, ਮੇਰੇ ਤੋਂ ਪੁੱਛਣਾ ਤੇ ਤੁਹਾਤੋਂ ਵੀ ਪੁੱਛਣਾ। ਅੰਮ੍ਰਿਤਸਰਾਨੋਂ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾ ਦੀਵਾਨ ਬੁਲਾਇਆ। ਉੱਥੇ ਚੱਲ ਕੇ ਫਿਰ ਰਤਿਓਂ ਮਾਸਾ ਤੋਲ ਕਢਾਏਂਦਾ। ਨਾਨਕ ਆਖਾ ਰੇ ਮਨਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਨਾਸਤਕ ਜੋ ਮਰਜ਼ੀ ਕਹਿਣ, ਜੋ ਗੁਰਬਾਣੀ ਕਹਿੰਦੀ ਹੈ ਉਹ ਸਮਝੋ। ਜਿੱਥੇ ਲੇਖਾ ਮੰਗਿਆ ਜਾਏਗਾ ਤੇਰੇ ਕੋਲੋਂ, ਤਿੱਥੇ ਹੋਏ ਸੱਚਾ ਨਿਸ਼ਾਨ। ਤਿੱਥੇ ਉਸ ਜਗ੍ਹਾ ਦਰਗਾਹ ਦੇ ਵਿੱਚ, ਧਰਮਰਾਜ ਦੀ ਕਚਹਿਰੀ 'ਚ, ਰੱਬ ਦੀ ਨਿਆਂ ਦਾ ਅਸਥਾਨ ਹੈ, ਜਿੱਥੇ ਨਾਮ ਦਾ ਲੇਖਾ ਜਿਹੜਾ ਹੈ। ਜਦੋਂ ਤੇਰਾ ਲੇਖਾ ਹੋਏਗਾ ਤਾਂ ਫਿਰ ਉਸ ਵੇਲੇ ਤੇਰੇ ਨਾਲ ਸੱਚਾ ਨਿਸ਼ਾਨ, ਨਿਸ਼ਾਨ ਨਾਮ ਟੋਂਬੂ ਦਾ ਹੁੰਦਾ ਹੈ, ਪੁਰਾਣੀ ਬੋਲੀ ਆ ਇਹ। ਤੇਰੇ ਕੋਲ ਟੋਂਬੂ ਹੋਊਗਾ। ਟੋਂਬੂ ਕੀ ਹੁੰਦਾ? ਇੱਕ ਬਾਦਸ਼ਾਹ, ਹੁਣ ਸਿੱਧੇ ਅੱਖਰਾਂ 'ਚ ਹੁਣ ਦੀ ਬੋਲੀ 'ਚ ਇਹ ਕਹਿ ਲਈਏ ਵੀ ਪਾਸ ਕਿਸੇ ਨੂੰ ਮਿਲ ਜਾਏ ਡੀਸੀ ਵੱਲੋਂ, ਉਹਨੂੰ ਪੁਲਿਸ ਵਾਲੇ ਰੋਕਦੇ ਨਹੀਂ, ਕਹਿੰਦੇ ਵੀ ਪਾਸ ਹੈਗਾ। ਹੁਣ ਉਹਨੂੰ ਪਾਸ ਕਹਿੰਦੇ, ਉਦੋਂ ਟੋਂਬੂ ਕਹਿੰਦੇ ਸੀ। ਬਾਦਸ਼ਾਹ ਵੱਲੋਂ ਮੋਹਰ ਲੱਗ ਜਾਂਦੀ ਤੇ ਉਹਨੂੰ ਫਿਰ ਮਹਿਲਾਂ 'ਚ ਆਉਣ ਤੋਂ ਜਾਣ ਤੋਂ ਮਸੂਲੀਏ ਦੂਜੇ ਤੀਜੇ, ਉਹ ਕਹਿੰਦੇ ਨਹੀਂ ਵੀ ਇਹ ਸਰਕਾਰੀ ਬੰਦਾ ਹੈ, ਇਹਨੂੰ ਰੋਕਣਾ ਨਹੀਂ ਹੈ। ਕਹਿੰਦੇ ਜਦੋਂ ਨਾਮ ਤੇਰੇ ਕੋਲ ਟੋਂਬੂ ਹੋਊਗਾ ਤੈਨੂੰ ਜਮਦੂਤ ਨਹੀਂ ਰੋਕਣਗੇ, ਕਹਿਣਗੇ ਨਹੀਂ ਵੀ ਜਿਵੇਂ ਸਰਕਾਰੀ ਬੰਦੇ ਨੂੰ ਨਹੀਂ ਰੋਕਦੇ ਵੀ ਇਹ ਤਾਂ ਰੱਬ ਦਾ ਬੰਦਾ ਹੈ। ਉੱਥੇ ਸੱਚਾ ਨਿਸ਼ਾਨ ਟੋਂਬੂ ਦਾ ਤੇਰੇ ਕੋਲ ਹੋਏਗਾ। ਪਾਤਸ਼ਾਹ ਦੀ ਨਿਸ਼ਾਨੀ ਹੁੰਦੀ ਸੀ ਇਹ। ਹਿਸਾਬ ਕਿਤਾਬ ਲੈਣ ਵਾਲੇ ਫਿਰ ਉਹਦੇ ਕੋਲੋਂ ਨਹੀਂ ਸੀ ਲੈਂਦੇ, ਕਰ ਮਸੂਲੀਆ ਸੰਕੋਚ ਕਰਦਾ ਹੈ। ਤੇ ਪਾਦੇ ਨੇ ਕਿਹਾ ਮਹਾਰਾਜ ਨਾਮ ਜਪਣ ਵਾਲੇ ਜਿਹੜੇ ਨੇ, ਬਈ ਮੇਰੀ ਇੱਕ ਸ਼ੰਕਾ ਹੈ ਵੀ ਉਹ ਬੜੇ ਗਰੀਬ ਜੇ, ਫਟੇ ਕੱਪੜੇ, ਕਈਆਂ ਦੇ ਘਰ ਦੇ ਵਿੱਚ ਗਰੀਬੀ ਹੈ, ਜਿਹੜੇ ਦੂਸਰੇ ਲੁੱਚੇ ਲਫੰਗੇ ਨੇ ਉਹਨਾਂ ਦੇ ਕੋਲ ਪਦਾਰਥ ਬਹੁਤ ਹੈ। ਇਹ ਅੱਜ ਵੀ ਲੋਕ ਕਹਿੰਦੇ ਸੁਣੇ ਗਏ ਵੀ ਮਹਾਰਾਜ ਨਾਮ ਜਪਣ ਦਾ ਦੱਸੋ ਕੀ ਫਾਇਦਾ, ਵੀ ਉਹ ਭੁੱਖੇ ਮਰਦੇ ਆ ਨਾਮ ਜਪਣ ਵਾਲੇ, ਉਹ ਬੜੇ ਆਨੰਦ ਮਾਣਦੇ ਨੇ।
ਉਸ ਵੇਲੇ ਸਤਿਗੁਰੂ ਉੱਤਰ ਦਿੰਦੇ ਹਨ। ਰਹਾਉ ਅਸਥਾਈ ਦੇ ਕੇ ਅੱਗੇ ਉਚਾਰਨ ਕਰਦੇ ਜੀ। ਜਿਤੈ ਮਿਲਹਿ ਵਡਿਆਈਆ। ਮਹਾਰਾਜ ਸਾਹਿਬ ਜੀ ਕਹਿੰਦੇ ਪਾਦਾ ਜੀ, ਜਿੱਥੇ ਨਾਮ ਜਪਣ ਵਾਲੇ ਨੂੰ ਦਰਗਾਹ ਦੇ ਵਿੱਚ ਵਡਿਆਈਆਂ, ਜਸ ਦਾ ਨਾਮ ਹੈ, ਸ਼ੋਭਾ ਦਾ ਨਾਮ ਹੈ, ਮਿਲਦੀਆਂ ਨਾ। ਜਿਹੜੇ ਸਿਮਰਨ ਕਰਨ ਵਾਲੇ ਨੂੰ, ਉਹਨਾਂ ਨੂੰ ਤਾਂ ਐਸ ਲੋਕ ਦੇ ਵਿੱਚ ਵੀ ਸੁਣਨਾ ਕਰ। ਸਦ ਖੁਸ਼ੀਆ ਸਦ ਚਾਉ। ਸਾਧ ਨਾਮ ਸਦਾ ਦਾ ਹਮੇਸ਼ਾ ਖੁਸ਼ੀਆਂ ਰਹਿੰਦੀਆਂ ਨੇ, ਸੋਗ ਤੋਂ ਮੁਕਤ ਹੋ ਜਾਂਦੇ ਨੇ। ਬਾਕੀ ਸਾਰਾ ਸੰਸਾਰ ਸੂਪੀ ਸਮੁੰਦਰ ਦੇ ਵਿੱਚ ਡੁੱਬਿਆ ਹੋਇਆ ਹੈ। ਤੇ ਇਸ ਕਰਕੇ ਮੈਂ ਘਰ ਪਰਿਵਾਰ ਪੁੱਤਰ ਦੌਲਤ ਇਹ ਮੈਂ ਛੱਡ ਕੇ ਚੱਲਿਆ, ਸੋਗ ਵਿੱਚ ਗੁੰਮ ਹੋ ਜਾਂਦਾ। ਮੈਂ ਹੁਣ ਮਰ ਰਿਹਾ, ਆਹ ਮਕਾਨ ਤਾਂ ਮੈਂ ਆਪਣੇ ਰਹਿਣ ਲਈ ਬਣਾਇਆ ਸੀ, ਇਹ ਬੱਚੇ ਮੇਰੇ ਜਿਨ੍ਹਾਂ ਦੇ ਲਈ ਜ਼ਿੰਦਗੀ ਸਾਰੀ ਲਾ ਦਿੱਤੀ, ਉਹ ਫਿਰ ਸੋਗ ਸਮੁੰਦਰ 'ਚ ਡੁੱਬਦਾ ਹੈ। ਸਿਮਰਨ ਕਰਨ ਵਾਲੇ ਨੂੰ ਪ੍ਰਲੋਕ ਸੱਚਖੰਡ ਜਾਣ ਵੇਲੇ ਚਾਅ ਹੁੰਦਾ ਹੈ। ਜਿਵੇਂ ਬਹੁਤ ਸਾਰੇ ਪ੍ਰਦੇਸ਼ ਦੇ ਵਿੱਚ ਗਏ ਹੋਏ ਜੋ ਵਾਪਸ ਮੁੜਦੇ ਨੂੰ ਚਾਅ ਚੜ ਜਾਂਦਾ, ਮੈਂ ਘਰ ਚੱਲੇ ਆਂ। ਉਹ ਸੰਤਾਂ ਭਗਤਾਂ ਨੂੰ ਵੀ ਆਪਣੇ ਘਰ ਜਾਣ ਦਾ, ਸੱਚਖੰਡ ਦਾ ਚਾਅ ਹੁੰਦਾ। ਤੇ ਬਾਕੀ ਧਾਹਾਂ ਮਾਰ ਕੇ ਰੋਂਦੇ ਹੁੰਦੇ ਨੇ। ਤੋਰਨ ਵਾਲੇ ਵੀ, ਅਰਥੀਆਂ ਤੋਰਨ ਵਾਲੇ ਦੀ ਜਿਹਦੀ ਅਰਥੀ ਚੱਲੀ ਆ ਉਹ ਵੀ ਦੁਖੀਆ ਚੱਲਿਆ ਰੋਏ, ਉਹ ਵੀ ਰੋਂਦਾ ਹੀ ਜਾਂਦਾ ਹੁੰਦਾ ਹੈ। ਦਿਨ ਮੁਖ ਟਿੱਕੇ ਨਿਕਲ ਹੈ। ਤੇ ਇਸ ਕਰਕੇ ਫਿਰ ਟਿੱਕੇ ਸ਼ਬਦ ਜਿਹੜਾ ਭਾਈ ਇਹਨੂੰ ਨਾ ਅਧਿਕ ਸਹਿਤ ਬੋਲਣਾ। ਇਹ ਟਿਕੇ ਜੇ ਬਣ ਗਿਆ ਤਾਂ ਟਿਕਣ ਦਾ ਭਾਵ ਹੁੰਦਾ। ਟਿੱਕਾ ਜਿਹੜਾ ਹੁੰਦਾ ਮੱਥੇ 'ਚ ਲਾਇਆ ਜਾਂਦਾ। ਤੇ ਇਸ ਕਰਕੇ ਦਰਗਾਹ ਦੇ ਵਿੱਚ ਕਹਿੰਦੇ ਗੁਰਮੁਖਾਂ ਦੇ ਮੁਖ ਦੇ ਉੱਤੇ ਜਸ ਰੂਪੀ ਟਿੱਕਾ ਲੱਗੇਗਾ। ਕਿਉਂ ਦੂਸਰੇ ਟਿੱਕੇ ਤਾਂ ਗੁਰਸਿੱਖਾਂ ਨੂੰ ਚਲੋ ਆਗਿਆ ਨਹੀਂ ਹੈ, ਲਾਏ ਜਾਣਗੇ। ਕਿਹਨਾਂ ਨੂੰ ਲਾਏ ਜਾਣਗੇ? ਜਿਨ ਮਨ ਸੱਚਾ ਨਾਉ। ਜਿਨ੍ਹਾਂ ਦੇ ਮਨ ਦੇ ਵਿੱਚ ਸੱਚੇ ਵਾਹਿਗੁਰੂ ਦਾ ਨਾਮ ਹੋਏਗਾ, ਉਹਨਾਂ ਨੂੰ ਸੱਚੀ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ। ਤੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ। ਚਵੈ ਨਾ ਉਚਾਰਨ ਕਰੇ। ਕੀਤੋ ਭਵਨ ਵੀ ਧਰਮ ਰਾਜ ਕਹਿੰਦਾ ਜੀ ਮੇਰਾ ਤਾਂ ਭਵਨ ਪਵਿੱਤਰ ਕਰ ਦਿੱਤਾ ਹੈ। ਕਰਮ ਮਿਲੈ ਤਾਂ ਪਾਈਐ। ਹਾਂ ਇੱਕ ਗੱਲ ਜ਼ਰੂਰ ਹੈ ਪਾਦਾ ਜੀ, ਜੇ ਸਤਿਗੁਰਾਂ ਦੀ ਕਰਮ ਮਿਹਰ ਹੋਵੇ, ਇਹ ਵਸਤੂ ਮਿਹਰ ਦੀ ਹੈ। ਇਹ ਵਸਤੂ ਤੇ ਮਿਹਰ ਤੇ ਘਾਲਣਾ ਦੋ ਚੀਜ਼ਾਂ ਨੇ। ਜੇ ਮਿਹਰ ਹੋ ਜਵੇ ਘਾਲਣਾ ਨਾ ਹੋਵੇ ਤਾਂ ਮਿਹਰ ਵਿਅਰਥ ਹੋ ਗਈ। ਜੇ ਘਾਲਣਾ ਹੋਵੇ ਮਿਹਰ ਨਾ ਹੋਵੇ ਘਾਲਣਾ ਵਿਅਰਥ ਹੋ ਗਈ। ਜੀਵ ਨੇ ਘਾਲਣਾ ਘਾਲਣੀ ਹੈ, ਮਿਹਰ ਗੁਰੂ ਨੇ ਕਰਨੀ ਹੈ। ਤੇ ਮਿਹਰ ਹੋ ਜਾਵੇ। ਦੂਸਰਾ ਅਰਥ ਹੈ ਤੇ ਕਰਮ ਨਿਸ਼ਕਾਮ ਕਰਮ ਪਿਛਲੇ ਜਨਮ ਦੇ ਕੀਤੇ ਹੋਣ, ਨਿਸ਼ਕਾਮ ਕਰਮਾਂ ਦੁਆਰਾ ਸਤਿਗੁਰੂ ਜੀ ਮਿਲਦੇ ਹੈ, ਉਹਨਾਂ ਦਾ ਮਿਲਾਪ ਹੁੰਦਾ ਹੈ। ਫਿਰ ਸਤਿਗੁਰੂ ਦੁਆਰਾ ਕੀ ਹੈ? ਨਾਮ ਪਾਈ ਦਾ ਨਾਮ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰਾਂ ਦੇ ਨਾਮ ਤੋਂ ਬਿਨਾ ਕੀ ਹਾਲਤ ਹੈ ਸੰਸਾਰ ਦੇ? ਨਾਹੀ ਗੱਲੀ ਵਾਓ ਦੁਆਓ। ਨਹੀਂ ਤਾਂ ਫਿਰ ਵਾਓ ਦੁਆਓ ਵਿਅਰਥ ਅਸਤ ਵਿਅਸਤ ਗੱਲਾਂ ਹੀ ਨੇ। ਉਹਨਾਂ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ ਹੈ। ਵਿਅਰਥ ਗੱਲਾਂ ਵਾਓ ਹਵਾ ਨੂੰ ਕਹਿੰਦੇ ਨੇ। ਉਹ ਜਿਵੇਂ ਹਵਾ ਦਾ ਬੁੱਲਾ ਆਇਆ ਲੰਘ ਗਿਆ, ਉਹ ਤਾਂ ਵਾਓ ਦੁਆਓ ਹੀ ਨੇ। ਵਾਓ ਹਵਾ ਆਈ, ਉਹ ਦਾ ਦੀ ਤਰ੍ਹਾਂ ਖੇਡ ਕੇ ਲੰਘ ਚਲੀ ਗਈ। ਵਾਓ ਦੁਆ ਦਾ ਇਹ ਵੀ ਅਰਥ ਹੈ। ਤੇ ਉਸ ਤਰ੍ਹਾਂ ਜਿਵੇਂ ਹਵਾ ਦੇ ਵਿੱਚ ਪੱਤੇ ਖੜਕਦੇ ਆ, ਬਸ ਉਹ ਵਾਓ ਦੁਆ ਤਾਂ ਇਸ ਤਰ੍ਹਾਂ ਨਿਰੀਆਂ ਗੱਲਾਂ ਕਰਨੀਆਂ, ਕਿਸੇ ਨੂੰ ਵਰ ਦੇਤਾ, ਕਿਸੇ ਨੂੰ ਸ਼ਰਾਪ ਦੇਤਾ, ਵਾਓ ਦੁਆ। ਤੇ ਉਹ ਦੁਆ ਅਸੀਸਾਂ ਤੇ ਬਦ ਦੁਆ ਬਦ ਅਸੀਸਾਂ ਦੇਤੀਆਂ। ਵਾਓ ਦੁਆ ਇਸ ਤਰ੍ਹਾਂ ਦਾ ਵੀ ਅਰਥ ਇਹ ਸੰਪਰਦਾ ਦੇ ਵਿੱਚ ਮੰਨਿਆ ਹੋਇਆ। ਦੇਨ ਦੁਆਈ ਸੇ ਮਰਹਿ ਜਿਨ ਕੋ ਦੇ ਸੇ ਜਾਹੇ। ਅਸੀਸਾਂ ਦੇਣ ਵਾਲੇ ਵੀ ਮਰ ਜਾਂਦੇ ਨੇ, ਜਿਹਨਾਂ ਨੂੰ ਅਸੀਸਾਂ ਦਿੱਤੀਆਂ ਭਾਈ ਉਹ ਵੀ ਮਰ ਮੁਰ ਜਾਂਦੇ ਆ, ਉਹ ਵੀ ਚਲੇ ਗਏ। ਪਾਧੇ ਨੇ ਫਿਰ ਪੁੱਛਿਆ ਮਹਾਰਾਜ, ਜਿਹੜੇ ਰਾਜੇ ਆਦਿਕ ਨਾਮ ਤਾਂ ਜਪਦੇ ਨਹੀਂ, ਉਹ ਨਾਮ ਜਪਣ ਤੋਂ ਬਿਨਾਂ ਦੇਖੋ ਹਾਕਮ ਕਿਉਂ ਬਣਾਤੇ ਰੱਬ ਨੇ? ਹਕੂਮਤ ਕਰਦੇ ਆ, ਲੁੱਟਦੇ ਸੁੱਟਦੇ ਆ, ਜੇਲ੍ਹਾਂ 'ਚ ਸਿੱਟ ਦਿੰਦੇ ਨੇ ਬੇਗੁਨਾਹਾਂ ਨੂੰ ਵੀ। ਤੇ ਇਸ ਤਰ੍ਹਾਂ ਦਾ ਫਿਰ ਕਰ ਟੈਕਸ ਲਾਉਂਦੇ ਨੇ। ਉਹਨਾਂ ਨੂੰ ਪ੍ਰਭੂ ਬੋਲਣਾ ਦੰਡ ਕਿਉਂ ਨਹੀਂ ਮਿਲਦਾ ਹੈ? ਦੰਡ ਦੇਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਅੱਗੇ, ਇੱਕ ਆਵੇ ਹੈ ਇੱਕ ਜਾਹੇ ਉਠ। ਹੇ ਪਾਦਾ ਜੀ ਕਹਿੰਦੇ ਇੱਕ ਤਾਂ ਆਉਂਦੇ ਆ ਜਨਮ ਧਾਰ ਕੇ, ਇੱਕ ਜਿਹੜੇ ਮਰ ਕੇ ਜਾਹੇ ਅਰਥੀਆਂ ਉੱਠਦੀਆਂ ਨੇ ਸੰਸਾਰ ਤੋਂ। ਰੱਖੀਏ ਹੈ ਨਾਮ ਸਲਾਰ। ਜਿਨ੍ਹਾਂ ਦੇ ਨਾਮ ਸਲਾਰ ਨਾਮ ਸਰਦਾਰ ਦਾ ਹੈ, ਪ੍ਰਧਾਨ ਰੱਖੀ ਦੇ ਇਹੋ ਜਿਹੇ ਉਹਨਾਂ ਦੇ ਨਾਂ ਨੇ।
ਕਹਿੰਦੇ ਹਲਟ ਦੀਆਂ ਟਿੰਡਾਂ ਵਾਂਗੂ ਉਹ ਗੇੜੇ ਦੇ ਨਾਲ ਇੱਕ ਆਵੇ ਜੰਮ ਕੇ ਆ ਰਹੇ ਨੇ ਤੇ ਉੱਠ ਕੇ ਮਰ ਕੇ ਜਾ ਰਹੇ ਨੇ। ਤੇ ਦੂਸਰਾ ਅਰਥ ਇਹਦਾ ਇੱਕ ਤਪ ਕਰਕੇ ਬਾਸ਼ਨਾ ਸਮੇਤ ਆਵ ਹੈ, ਤਪ ਕਰਕੇ ਆ ਰਹੇ ਨੇ, ਆ ਕੇ ਹਕੂਮਤ ਕਰਦੇ ਐ। ਪਰ ਜਦੋਂ ਪੁੰਨ ਨਾਸ ਹੋ ਜਾਂਦੇ ਨੇ ਇੱਕ ਸੰਸਾਰ ਉੱਠ ਕੇ ਕੂਚ ਕਰ ਜਾਂਦੇ ਆ, ਜਾਹੇ ਜਾਂਦੇ ਨੇ, ਚਲੇ ਜਾਂਦੇ ਨੇ। ਜਿਵੇਂ ਪਹਾੜ ਤੋਂ ਪੱਥਰ ਸੁੱਟੀਦਾ ਐ ਨਰਕਾਂ ਵਿੱਚ ਸੁੱਟੇ ਜਾਂਦੇ ਨੇ। ਇਸ ਤਰ੍ਹਾਂ 4 ਦਿਨਾਂ ਦੀ ਉਹਨਾਂ ਦੀ ਸਲਾਰ ਕੀ ਸਰਦਾਰੀ ਹੈ। ਫੌਜਾਂ ਦੇ ਮਾਲਕ ਬਾਦਸ਼ਾਹ ਬਣੇ ਨੇ, ਰੱਖੀਏ ਰੱਖੇ ਜਾਂਦੇ ਨੇ, ਪਰ ਅੰਤ ਨੂੰ ਪੱਲੇ ਕੁਛ ਨਹੀਂ ਪੈਂਦਾ ਹੈ। ਇੱਕ ਉਪਾਏ ਮੰਗਤੇ, ਇੱਕ ਉਪਾਏ ਮੰਗਤੇ। ਪਰਮੇਸ਼ਰ ਨੇ ਇੱਕ ਪੁੰਨਾਂ ਤੋਂ ਹੀਣ ਮਨੁੱਖ ਮੰਗਤੇ ਨਾਮ ਭਿਖਾਰੀ ਦਾ ਹੈ। ਭਿਖਾਰੀ ਉਪਾਏ ਪੈਦਾ ਕਰ ਦਿੱਤੇ ਹਨ। ਇੱਕ ਨਾ ਵੱਡੇ ਦਰਬਾਰ, ਇੱਕ ਨਾ ਜਿਨ੍ਹਾਂ ਨੂੰ ਸਕਾਮ ਕਰਮ ਸਹਿਤ ਕਾਮਨਾ ਦੇ ਜਿਹੜਾ ਤਪਦਾਨ ਕੀਤਾ ਸੀ, ਉਹਨਾਂ ਦੀਆਂ ਵੱਡੀਆਂ ਵੱਡੀਆਂ ਦਰਬਾਰ ਕੀ ਕਚਹਿਰੀਆਂ ਲੱਗਦੀਆਂ ਨੇ, ਦਰਬਾਰ ਲੱਗਦੇ ਨੇ। ਉਹ ਪੁੰਨਾਂ ਦਾ ਫਲ ਹੈ ਪੰਡਤ ਜੀ। ਪਾਦੇ ਨੂੰ ਮਹਾਰਾਜ ਦੱਸਦੇ ਨੇ, ਅੱਗੇ ਗਿਆ ਜਾਣੀਏ, ਅੱਗੇ ਪਰਲੋਕ ਦਰਗਾਹ ਵਿੱਚ ਗਏ ਹੋਏ ਨੂੰ ਉੱਥੇ ਜਾਣੇ ਜਾਣਗੇ। ਵਿੜ ਨਾਵੇ ਕਾਰ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਵਿਕਾਰ ਕੀ ਹੈ, ਨਿਕੰਮੇ ਹੀ ਨਿਕਲਣਗੇ। ਫਿਰ ਨਾਮ ਵੀ ਹੁਣੇ ਮਨੁੱਖਾਂ ਨੂੰ ਟੇਢੀਆਂ ਜੂਨਾਂ 'ਚ ਧਕੇਲ ਦਿੱਤਾ ਜਾਏਗਾ। ਜਿਵੇਂ ਨੋਖ ਰਾਜੇ ਦੀ ਨਹੀਂ ਆਉਂਦੀ ਵੀ ਇੰਦਰ ਦੀ ਪਦਵੀ ਮਿਲ ਗਈ। ਇੰਦਰ ਦੀ ਪਦਵੀ ਤੇ ਸੁਸ਼ੋਭਿਤ ਹੋਣਾ ਸੀ ਸਭ ਤੋਂ ਪਹਿਲਾਂ, ਤੇ ਉਹਦੇ ਸਤੀ ਨਾਮ ਦੀ ਅਪਛਰਾ ਜਿਹੜੀ ਸਭ ਤੋਂ ਸੁੰਦਰ ਮੰਨੀ ਗਈ ਹੈ। ਤੇ ਜੇ ਉਹ ਪ੍ਰਮਾਣ ਕਰਦੀ ਹੈ ਤਾਂ ਉਹ ਰਾਜਾ ਮੰਨਿਆ ਜਾਣ ਸਕਦਾ ਹੈ। ਇੰਦਰ ਦੀ ਜਿਹੜੀ ਸਤੀ ਰਾਣੀ ਸੀ ਉਹਦਾ ਸੱਤ ਤੋੜਨ ਦੇ ਲਈ ਰਿਸ਼ੀਆਂ ਤੋਂ ਪਾਲਕੀ ਚੁਕਾਈ ਹੋਈ ਹੈ। ਪੁੰਨ ਪ੍ਰਤਾਪ ਸੀ, ਰਿਸ਼ੀ ਆਪਣੀ ਮਾਤੇ ਲਈ ਜਾਂਦੇ ਆ। ਉਹਨਾਂ ਦੇ ਨਾਲ ਇਸ ਤਰ੍ਹਾਂ ਉੱਪਰ ਬੈਠਾ ਪਾਲਕੀ ਦੇ ਅੰਦਰ ਅੱਗ ਲੱਗੀ ਹੋਈ ਆ ਕਾਮ ਦੀ। ਉਹਨਾਂ ਦੇ ਆਰ ਹੁੰਦੀ ਸੀ ਮੂਹਰੇ ਚੋਹ ਐ ਲੱਗੀ ਦੀ। ਇੱਕ ਦੇ ਸੰਤ ਦੇ ਮਾਰ ਕੇ ਕਹਿੰਦਾ ਸਰਬ ਸਰਬ, ਉਹਦਾ ਮਤਲਬ ਹੈ ਸੰਸਕ੍ਰਿਤ ਦੀ ਜਲਦੀ 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 ਤੁਰੋ। ਉਹ ਰਿਖੀ ਕਹਿੰਦਾ ਕਾਮੀਆਂ ਤੂੰ ਮੇਰਾ ਨਰਾਦਰ ਕੀਤਾ, ਮੈਂ ਤੈਨੂੰ ਸ਼ਰਾਪ ਦੇਣਾ। ਤੇ ਕਹਿੰਦਾ ਜਾ ਤੂੰ ਹੀ ਸੱਪ ਬਣ ਜਾ ਕੇ। ਉਹ ਫਿਰ ਆ ਕੇ ਧਰਤੀ ਤੇ ਡਿੱਗਿਆ, ਸਰਪ ਬਣਿਆ ਨੋਖ ਰਾਜਾ। ਐ ਜਿਵੇਂ ਰੋਡ ਖੂਹ 'ਚ ਸਿੱਟੀ ਦਾ ਐਂ ਡਿੱਗਦੇ ਆ ਫਿਰ ਨਰਕਾਂ 'ਚ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਵਰਗਾਂ ਤੋਂ ਹੇਠਾਂ ਸਿੱਟੇ ਜਾਂਦੇ ਨੇ। ਇਹ ਬੇਕਾਰ ਹੈ ਇਨ੍ਹਾਂ ਨਾਮ ਤੋਂ ਬਿਨਾਂ। ਟੇਢੀਆਂ ਜੂਨੇ ਚਾਹੇ ਪਾਤਸ਼ਾਹੀ ਕੀ ਇੰਦਰਪੁਰੀ ਦਾ ਰਾਜ ਕਿਉਂ ਨਾ ਮਿਲ ਜਾਏ, ਫਿਰ ਵੀ ਸਿੱਟੇ ਜਾਂਦੇ। ਨਾਮ ਹੀ ਵੱਡਾ ਹੈ ਸਾਰਿਆਂ ਤੋਂ। ਵੈ ਤੇਰਾ ਡਰ ਅਗਲਾ। ਤੇ ਪਾਦਾ ਕਹਿਣ ਲੱਗਾ ਮਹਾਰਾਜ ਜੇ ਪਰਮੇਸ਼ਰ ਉਹਨਾਂ ਨੂੰ ਡਰ ਦੇਵੇ ਤਾਂ ਉਹ ਬੰਦੇ ਨਾ ਬਣ ਜਾਣ, ਭਜਨ ਨਾ ਕਰਨ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਪਾਦਾ ਜੀ ਸਾਡੇ ਤਾਈਂ ਤੈਂ ਇਹ ਗੱਲ ਭੈ ਦੀ ਗੱਲ ਕਹੀ ਹੈ ਨਾ, ਖੌਫ ਦੀ, ਤੈਨੂੰ ਖੌਫ ਦੇ ਬਾਰੇ ਦੱਸਦੇ ਹਾਂ। ਉਹਨਾਂ ਨੂੰ ਵੀ ਅਗਲਾ ਪ੍ਰਲੋਕ ਦਾ ਬਹੁਤ ਡਰ ਹੈ। ਉਹਨਾਂ ਦੇ ਸਿਰ ਤੇ ਤਾਂ ਹੈਗਾ, ਭਾਵੇਂ ਉਹ ਅਣਜਾਣ ਨੇ ਇਸ ਡਰ ਤੋਂ। ਉਹਨਾਂ ਦੀ ਦੇਹੀ ਵਿਕਾਰਾਂ ਵਿੱਚ ਦੱਸਦੇ ਹਨ ਜੇ ਖਪ ਖਪ ਛਿਜੈ ਦੇਹ। ਉਹ ਵਿਕਾਰਾਂ ਵਿੱਚ ਖਪ ਖਪ ਕੇ ਗਰਕ ਹੋ ਕੇ ਛਿਜੈ ਨਾਸ ਹੋ ਰਹੀ ਹੈ। ਖਪ ਖਪਾਉਣ ਵਾਲੇ ਜਿਹੜੇ ਕਾਮ ਆਦਿਕ ਨੇ ਉਹਨਾਂ 'ਚ ਖਪ ਖਚਤ ਹੋ ਕੇ ਨਾਸ ਹੋ ਜਾਂਦੀ ਹੈ। ਪਾਦਾ ਕਹਿਣ ਲੱਗਾ ਮਹਾਰਾਜ ਤੁਹਾਨੂੰ ਭੈ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਪਾਦਾ ਜੀ ਸਾਨੂੰ ਤਾਂ ਪ੍ਰਲੋਕ ਦਾ ਬਹੁਤ ਭੈ ਹੈ, ਤੇਰੇ ਤਾਂ ਹੀ ਵੀ ਭੈ ਹੋਣਾ ਚਾਹੀਦਾ। ਧਰਮ ਸ਼ਾਸਤਰ ਨੇ ਪ੍ਰਲੋਕ ਦੇ ਭੈ ਜਿਹੜੇ ਨੇ ਬਹੁਤ ਸਾਰੇ ਹਵਾਲੇ ਮਿਲਦੇ ਨੇ। ਨਰਕਾਂ ਦੀਆਂ ਅੱਗਾਂ ਦੇ, ਬਹਿਤਰਨੀ ਨਦੀ ਦੇ ਬੜੇ ਜ਼ਿਕਰ ਨੇ। ਕੁਰਾਨ ਅੰਦਰ ਵੀ ਇੱਕ ਪੁਲ ਦਾ ਜ਼ਿਕਰ ਹੈ। ਬਾਬਾ ਫਰੀਦ ਸਾਹਿਬ ਨੇ ਵੀ ਕਿਹਾ ਬਾਲੋ ਨੇਕੀਪੁਰ ਸਲਾਤ ਕੰਨੀ ਨਾ ਸੁਣੀਆ ਆਏ। ਇਸ ਕਰਕੇ ਭਾਈ ਤੈਨੂੰ ਅਗਲਾ ਪ੍ਰਲੋਕ ਦਾ ਭੈ ਹੋਵੇ। ਜੇ ਤੈਨੂੰ ਉਸ ਪ੍ਰਲੋਕ ਦਾ ਭੈ ਹੋਵੇ ਤਾਂ ਡਰ ਕੇ ਔਗਣ ਕਿਉਂ ਕਰੇ, ਔਗਣਾਂ ਤੋਂ ਹਟ ਜਾਵੇਂ। ਪਰਮੇਸ਼ਰ ਦੇ ਭੈ ਵਿੱਚ ਖਪ ਖਪ ਕੇ, ਇਹਦਾ ਅਰਥ ਅੰਤਰੀਵ। ਹੁਣ ਪਰਮੇਸ਼ਰ ਦੇ ਭੈ ਵਿੱਚ ਖਪ ਖਪ ਕੇ ਖੱਚਤ ਹੋ ਕੇ ਦੇਹ ਦਾ ਅਭਿਆਸ ਛਿਜ ਜਾਵੇ, ਨਾਸ ਹੋ ਜਾਵੇ। ਵਿਕਾਰਾਂ ਤੋਂ ਜੀਵ ਖੱਚਤ ਹੋ ਰਹੇ ਨੇ, ਉਹਨਾਂ ਦੀਆਂ ਦੇਹਾਂ ਨਾਸ ਹੋ ਰਹੀਆਂ ਨੇ। ਵਿਕਾਰੀ ਸਰੀਰ ਭੋਗਾਂ ਦੇ ਗਰਸੇ ਹੋਏ, ਜਿਨ੍ਹਾਂ ਦੀ ਬਾਬਤ ਮਹਾਰਾਜ ਨੇ ਕਿਹਾ ਹੈ ਭੈ ਪਿਆ ਤਨਖੀਨ ਹੋਏ, ਲੋਭ ਰਤ ਵਿੱਚੋਂ ਜਾਏ। ਤੋ ਇਸ ਪ੍ਰਕਾਰ ਮਹਾਰਾਜ ਉਪਦੇਸ਼ ਦਿੰਦੇ ਹਨ। ਨਾਵ ਜਨਾ ਸੁਲਤਾਨ ਖਾਨ। ਮਹਾਰਾਜ ਕਹਿੰਦੇ ਪਾਦਾ ਜੀ ਜਿਨ੍ਹਾਂ ਦੇ ਨਾਮ ਹੈ ਨਾਮ ਦਾ, ਸੁਲਤਾਨ ਬਾਦਸ਼ਾਹ, ਖਾਨ ਪਠਾਨਾਂ ਦੇ ਸਰਦਾਰ, ਇਹ ਜਿਹੜੇ ਨਾ ਇਹ ਸਾਰੇ
ਗਿਆਨ ਦ੍ਰਿਸ਼ਟੀ ਦੁਆਰਾ ਜਿਹੜਾ ਦੇਖਦਾ ਸੀ ਉਹ ਅੱਖਾਂ ਖੋਲ ਕੇ ਉਹਦੇ ਡਿੱਠੇ ਖੇਹ ਇਹ ਨਾਮ ਮਿੱਟੀ ਦਾ ਹੈ, ਸਵਾਹ ਉੱਡਦੀ ਦੇਖੀ ਹੈ। ਜਦੋਂ ਸੰਸਕਾਰ ਹੋ ਗਿਆ ਜਾਂ ਕਬਰ ਚ ਹੋ ਗਈ, ਮਿੱਟੀ ਹੋ ਗਈ, ਮਾਟੀ ਮਾਟੀ ਹੋਈ ਹੈ ਕਿ ਫਿਰ ਬਾਕੀ ਕੀ ਰਹਿ ਗਿਆ। ਤੇ ਉਹ ਜਿਹੜੇ ਖੇਹ ਹੋ ਜਾਂਦੇ ਨੇ, ਮਿੱਟੀ ਉਹਨਾਂ ਦੀ ਹੋ ਜਾਂਦੀ ਹੈ। ਜੇ ਇੱਕ ਹੱਥ ਕ ਪੈਰ ਅੱਗੇ ਨੂੰ ਰੱਖੀਏ ਨਾ, ਕਹਿੰਦੇ ਇਹ ਕਦਮ ਇਸਲਾਮ ਦੇ ਇਤਿਹਾਸ ਲਿਖਿਆ, ਕਹਿੰਦੇ ਬਾਦਸ਼ਾਹ ਦੀ ਕਬਰ ਤੇ ਜਾਂਦਾ ਹੈ, ਦੂਜਾ ਕਦਮ ਪੁੱਟੀ ਕਹਿੰਦੇ ਵਜ਼ੀਰ ਦੀ ਕਬਰ ਤੇ ਜਾਂਦਾ। ਐਨੇ ਤਾਂ ਬਾਦਸ਼ਾਹ ਵਜ਼ੀਰ ਹੋ ਕੇ ਮਰ ਗਏ, ਬਾਕੀ ਦਾ ਤਾਂ ਕਹਿਣੇ ਕੀ ਹੈ। ਚਲਤੇ ਕਬੂਤਰ ਜਨਾਵਰ ਕੀ ਛਾਂ ਕੇ ਖਾਕ ਹੋਏ, ਕੋਈ ਪੁੱਛੇ ਨਾ ਨਾ, ਕੋਈ ਨਾ ਨਹੀਂ ਪੁੱਛਦਾ। ਨਾਨਕ ਉੱਠੀ ਚੱਲਿਆ। ਮਹਾਰਾਜ ਸਾਹਿਬ ਕਹਿੰਦੇ ਨੇ ਜਦੋਂ ਜੀਵ ਆਤਮਾ ਪ੍ਰਲਬਧ ਭੋਗ ਕੇ ਆਪਣੀ ਉਮਰ ਪੂਰੀ ਕਰਕੇ ਸੰਸਾਰ ਤੋਂ ਉੱਠ ਕੇ ਜਾਣਾ ਹੀ ਆ ਭਾਈ, ਪਰਦੇਸੀਆਂ ਵਾਂਗੂ ਤੁਰ ਜਾਣਾ। ਜਾਣ ਨੂੰ ਜੀ ਨਹੀਂ ਕਰਨਾ, ਧੱਕੇ ਤੇ ਲੈ ਜਾਣਾ, ਬਿਨ ਪੁੱਛਿਆ ਹੀ ਲੈ ਜਾਏ। ਤੇ ਜਿਸ ਵੇਲੇ ਜਾਏਗਾ ਉਸ ਵੇਲੇ ਚੱਲਿਆ ਚੱਲ ਪਿਆ, ਤਦ ਉਸ ਵੇਲੇ ਸਭ ਕੂੜੇ ਟੁੱਟੇ ਨੇਹ। ਫਿਰ ਜਿਨ੍ਹਾਂ ਵਾਸਤੇ ਪਾਪ ਕਰਦਾ ਰਿਹਾ, ਬਹੁ ਪਰਪੰਚ ਕਰ ਪਰਤਨ ਲੈਵੈ, ਸੁਤਦਾਰੈ ਪੈ ਆਨ ਲਟਾਵੈ, ਤੇ ਝੂਠੇ ਨੇਹ ਸੀ ਟੁੱਟ ਗਏ। ਫਿਰ ਤੇ ਕਾਢੋ ਕਾਢੋ ਹੋਈ। ਫਿਰ ਤਾਂ ਇਹ ਕਹਿੰਦੀ ਜਤਰ ਆਇਆ ਤਤਰ ਗਛਤੀ। ਬ੍ਰਾਹਮਣ ਵੀ ਸੰਤ ਕੇ ਪੜ੍ਹੇ ਹੋਏ ਕਹਿੰਦੇ ਨੇ ਜਤਰ ਆਇਆ ਤਤਰ ਗਛਤੀ, ਜਿੱਧਰੋਂ ਆਇਆ ਸੀ ਉੱਧਰ ਚਲਿਆ ਗਿਆ ਉਥੇ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਕਿ ਤੂੰ ਆਇਆ ਕਹਿ ਗਿਆ, ਕਿਹੋ ਨਾ ਸੀ ਉਹ ਕਿਹੋ ਸੀ, ਮਨਮੁਖ ਗੱਲਾਂ ਗੋਈਆਂ ਕੀਤਾ ਚੌਰਲੀ। ਇਹੋ ਮਹਾਰਾਜ ਦੀ ਬਾਣੀ ਬੜੀ ਸੁੰਦਰ ਹੈ। ਅੱਗੇ ਫਰਮਾਨ ਕਰਦੇ ਨੇ ਜੀ, ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਅੱਗੇ ਸ਼ਬਦ ਉਚਾਰਨ ਕਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ 12 ਸਾਲ ਆਪਣੀ ਯਾਤਰਾ ਤੋਂ ਸਮਾਪਤ ਕਰਕੇ ਮਰਦਾਨਾ ਵਾਲਾ ਕਹਿਣ ਲੱਗਿਆ, ਮਹਾਰਾਜ ਮੇਰਾ ਜੀ ਕਰਦਾ ਬੱਚਿਆਂ ਨੂੰ ਮਿਲਿਆ ਮੈਂ ਕਰ ਜਾਵਿਆਂ। ਮਹਾਰਾਜ ਕਹਿੰਦੇ ਚੰਗਾ ਮਰਦਾਨਿਆਂ, ਵੀ ਸਾਡਾ ਨਾ ਦਸੀ ਵੀ ਮੈਂ ਆਇਆ, ਇਹ ਨਾ ਦਸੀ, ਕਿਸੇ ਨੂੰ ਵੀ ਨਾ ਦਸੀ, ਪਿੰਡ ਵਾਲਿਆਂ ਨੂੰ, ਕਿਉਂਕਿ ਆਪਾਂ ਨੇ ਜਾਣਾ ਜਲਦੀ। ਕਹਿੰਦਾ ਸਤ ਬਚਨ ਮਹਾਰਾਜ। ਮਰਦਾਨਾ ਚੱਲ ਪਿਆ। ਚੰਦਰਪਾਨ ਜਿਹੜਾ ਉਹਦੇ ਖੱਤਰੀ ਦੇ ਖੂਹ ਦੇ ਉੱਤੇ, ਮਹਾਰਾਜ ਸਾਹਿਬ ਜੀ ਭਾਈ ਬਾਲੇ ਦਾ ਜਿਹੜਾ ਪਿਤਾ ਸੀ, ਤੇ ਉਹਦੇ ਖੂਹ ਦੇ ਉੱਤੇ ਮਹਾਰਾਜ ਸਾਹਿਬ ਜੀ ਬੈਠ ਗਏ। ਤੇ ਮਰਦਾਨਾ, ਉਹ ਚੰਦਰਪਾਨ ਸੀ ਉਹਦਾ ਨਾਮ, ਚੰਦਰਪਾਨ ਦੇ ਖੂਹ ਦੇ ਉੱਤੇ ਮਹਾਰਾਜ ਸਾਹਿਬ ਜੀ ਬੈਠੇ ਹੈ। ਤੇ ਮਰਦਾਨਾ ਜਦੋਂ ਬੂਹੇ ਦੇ ਮੂਹਰੇ ਦੀ ਲੰਘਣ ਲੱਗਿਆ ਨਾ, ਮਾਤਾ ਤ੍ਰਿਪਤਾ ਨੇ ਦੇਖ ਲਿਆ। ਪੁੱਤਰ ਦੀ ਮਮਤਾ ਤੂਫਾਨ ਬਣ ਕੇ ਉੱਠ ਖੜੀ ਹੋ ਕੇ ਕਹਿੰਦੀ, ਵੇ ਮਰਦਾਨਿਆ ਰੁਕ। ਹਾਂ ਮਾਤਾ ਜੀ ਨਮਸਕਾਰ। ਅੱਖਾਂ ਭਰ ਕੇ ਮਾਤਾ ਕਹਿੰਦੀ, ਮੇਰਾ ਪੁੱਤਰ ਕਿੱਥੇ ਹੈ? ਬੋਲਿਆ ਨਹੀਂ, ਕਿਉਂਕਿ ਗੁਰੂ ਦਾ ਹੁਕਮ ਸੀ, ਦੱਸਣਾ ਨਹੀਂ। ਮਾਤਾ ਸਮਝ ਗਈ ਵੀ ਹੈਗਾ ਨਾਲ ਹੀ, ਉਹਦਾ ਸੁਭਾਅ ਹੀ ਬਾਹਰ ਬੈਠ ਗਿਆ ਹੋਊਗਾ। ਤੇ ਮਰਦਾਨਾ ਘਰ ਗਿਆ, ਘਰਦਿਆਂ ਨੂੰ ਮਿਲਿਆ। ਇੰਨੇ ਚਿਰ ਦੇ ਵਿੱਚ ਮਾਤਾ ਨੇ ਰਸੋਈ ਦੇ ਵਿੱਚ ਨਾਨਾ ਪ੍ਰਕਾਰ ਦੇ ਪਦਾਰਥ ਤਿਆਰ ਕਰ ਲਏ। ਮਹਿਤਾ ਜੀ ਨੂੰ ਬੁਲਾ ਲਿਆ, ਜੀ ਆ ਜਾਓ। ਬਈ ਦੱਸਿਆ ਤਾਂ ਨਹੀਂ ਹੈ ਕਿੱਥੇ ਕਾ, ਮੈਨੂੰ ਲੱਗਦਾ ਵੀ ਜਹਾਂ ਜੰਗਲ 'ਚ ਬੈਠਦਾ ਹੁੰਦਾ ਪੁੱਤਰ, ਆਪਾਂ ਉੱਥੇ ਚੱਲਦੇ ਹਾਂ। ਘਰ ਨਹੀਂ ਆਇਆ ਤਾਂ ਉੱਥੇ ਚੱਲਦੇ ਹਾਂ। ਮਮਤਾ ਦੀ ਮਾਰੀ ਮਾਂ ਨੇ ਪ੍ਰਸ਼ਾਦਾ ਤਿਆਰ ਕੀਤਾ। ਪਿਤਾ ਨੇ ਘੋੜੀ ਤਿਆਰ ਕਰ ਲਈ, ਕਹਿੰਦਾ ਜੇ ਦੂਰ ਹੋਊਗਾ ਤ੍ਰਿਪਤਾ ਘੋੜੀ ਤੇ ਚੱਲਦੇ ਆਂ। ਲਾਲੂ ਨੂੰ ਬੁਲਾ ਲਿਆ, ਲਾਲ ਚੰਦ ਜੀ ਨੂੰ, ਇਹ ਮਹਾਰਾਜ ਦਾ ਚਾਚਾ ਸੀ। ਨਿਗਾਹ ਰੱਖੀ, ਕਹਿੰਦੇ ਵੀ ਜਦੋਂ ਹੁਣ ਮਰਦਾਨਾ ਤੁਰੂਗਾ ਨਾ, ਇਹਦੀ ਪੈੜ ਰੱਬ ਦੇਣੀ ਹੈ, ਜਾਊ ਤਾਂ ਉੱਥੇ। ਤੁਰਨ ਵੇਲੇ ਫੇਰ ਪੁੱਛਿਆ, ਮਰਦਾਨਾ ਬਚਨ ਦਾ ਪੱਕਾ ਨਿਕਲਿਆ, ਦੱਸਿਆ ਨਹੀਂ। ਤੇ ਮਰਦਾਨੇ ਦੇ ਨਾਲ ਨਾਲ ਮਮਤਾ ਦੀ ਮਾਰੀ ਮਾਤਾ, ਪਿਤਾ ਤੇ ਕਲਿਆਣ ਚੰਦ ਤੇ ਲਾਲ ਚੰਦ ਜੀ ਤੇ ਜਿਹਨਾਂ ਹੋਰ ਪਤਾ ਲੱਗਿਆ ਉਹ ਵੀ ਆ ਗਏ। ਜਿਸ ਵੇਲੇ ਮਹਾਰਾਜ ਸਾਹਿਬ ਜੀ ਦੇ ਕੋਲ ਆਏ, ਮਹਾਰਾਜ ਨੇ ਦੇਖਿਆ ਮੇਰੀ ਮਾਂ ਆਈ ਹੈ। ਮਰਿਆਦਾ ਪੁਰਸ਼ੋਤਮ ਉੱਠ ਕੇ ਖੜੇ ਹੋ ਗਏ, ਹੱਥ ਜੋੜ ਰਹੇ। ਮਾਂ ਕਿਉਂ ਖੇਚਲ ਕੀਤੀ ਹੈ? ਤੇਰੇ ਪੁੱਤਰ ਨੂੰ ਤਾਂ ਭੁੱਖ ਨਹੀਂ ਲੱਗਦੀ। ਪੈਰਾਂ ਤੇ ਮੱਥਾ ਟੇਕਿਆ, ਅਸੀਸ ਦਿੱਤੀ, ਘੁੱਟ ਕੇ ਜੱਫੀ ਨਾਲ ਪਾਇਆ, ਮਨ ਸ਼ਾਂਤ ਕੀਤਾ। ਪਿਤਾ ਨੇ ਅਸੀਸ ਦੀ, ਪਿਤਾ ਦੇ ਚਰਨਾਂ ਤੇ ਮੱਥਾ ਟੇਕਿਆ, ਚਾਚੇ ਦੇ ਚਰਨਾਂ ਤੇ ਮੱਥਾ ਟੇਕਿਆ, ਬਹਿ ਗਏ। ਮਾਤਾ ਜੀ ਬੋਲੇ, ਪੁੱਤਰ ਤੇਰੇ ਵਾਸਤੇ ਬਹੁਤ ਸੁੰਦਰ ਪਦਾਰਥ ਮੈਂ ਬਣਾ ਕੇ ਲਿਆਈਆਂ, ਚੱਲ ਕਦੇ ਤਾਂ ਮਾਂ ਦੇ ਸਾਹਮਣੇ ਬਹਿ ਕੇ ਖਾ ਲੈ, ਮੇਰਾ ਕਾਲਜਾ ਠੰਡਾ ਹੋ ਜੂ। ਉਸ ਵੇਲੇ ਮਾਤਾ ਪਿਤਾ ਨੂੰ ਬ੍ਰਹਮ ਗਿਆਨ ਦੇਣ ਵਾਸਤੇ ਇਉਂ ਅੰਤਰੀ ਭਾਵ ਦੇ ਉਚਾਰਨ ਕਰਦੇ ਨੇ ਜੀ। ਸੁਣੋ, ਸਭ ਰਸ ਮਿੱਠੇ ਮੰਨੇ ਸੁਣਿਆ ਸਾਲੋਣੇ। ਮਾਰੇ ਕਹਿੰਦੇ, ਮਾਤਾ ਜੀ ਜਿਹੜੇ ਪਦਾਰਥ ਤੂੰ ਲੈ ਕੇ ਆਈਆਂ ਮੈਂ ਤਾਂ ਪਹਿਲੀ ਛਕ ਰਿਹਾ। ਪੁੱਤਰ ਕਿਹੜੇ ਪਦਾਰਥ? ਕਹਿਣ ਲੱਗੇ, ਮਾਤਾ
ਜਿਹੜਾ ਨਾਮ ਹੈ ਪਰਮੇਸ਼ਰ ਦਾ, ਨਿਰੰਕਾਰ ਦਾ, ਇਹਦਾ ਜਦੋਂ ਕੋਈ ਮੰਨਣ ਕਰਦਾ ਨਾ, ਕਹਿੰਦੇ ਸਭ ਰਸ ਮਿੱਠੇ, ਇਹ ਮਿੱਠੇ ਰਸ ਨੇ ਜਦੋਂ ਮੰਨਣ ਵਿੱਚ ਆ ਜਾਵੇ ਪ੍ਰਮਾਤਮਾ। ਤੇ ਇਸ ਕਰਕੇ ਜਦੋਂ ਮੰਨਣਾ, ਜਦੋਂ ਮੰਨੇ ਹੀ ਨਹੀਂ, ਮੰਨੇ ਕੀ ਗੱਲ ਕਹੀ ਨਾ ਜਾਏ, ਉਹ ਸੁਣਿਆ ਬੇਕਾਰ ਹੋ ਜਾਂਦਾ ਹੈ। ਇਹ ਜਿਹੜੇ ਸਾਰੇ ਪਦਾਰਥ ਨੇ ਇਹ ਮਿੱਠੇ, ਮਿੱਠ ਰਸ ਭੋਜਨ ਮਾਤਾ ਜੀ ਇਹ ਚਖਣਾ ਕੀਤੇ ਨੇ। ਜਿਹੜਾ ਨਾਮ ਦਾ ਸਰਵਣ ਕਰਨਾ, ਅੱਗੇ ਦੱਸਦੇ ਹਨ, ਸੁਣਿਆ ਸਾ ਲੋਣੇ, ਜਿਹੜਾ ਨਾਮ ਦਾ ਸਰਵਣ ਕਰਨਾ ਹੈ, ਸਰਵਣ ਮਿੱਠੇ ਪਦਾਰਥ ਸਭ ਰਸੇ ਮਿੱਠੇ ਮੰਨਣ ਕਰਨ ਦੇ ਵਿੱਚ ਨਾਮ ਦੇ। ਜਿਹੜਾ ਨਾਮ ਦਾ ਸੁਣਨਾ, ਕਹਿੰਦੇ ਇਹ ਨਮਕੀਨ ਭੋਜਨ ਖਾਣੇ ਆ। ਸਰਵਣ ਖਟ ਕਰਮ ਤੇ ਉਪਕਰਨ, ਉਪਸੰਹਾਰ, ਅਭਿਆਸ, ਅਪੂਰਵਤਾ, ਫਲ, ਅਰਥਵਾਦ, ਉਪਮਤੀ, ਇਹ ਸਰਵਣ ਦੇ ਖਟ ਅੰਗ ਨੇ। ਇਹ ਖਟ ਅੰਗ ਜਿਹੜੇ ਨੇ, ਇਹਨਾਂ ਦਾ ਜਿਹੜਾ ਨਾਮ ਦਾ ਸਰਵਣ ਕਰਨਾ ਹੈ, ਮੰਨਣ ਕਰਨਾ ਹੈ ਮਾਤਾ ਜੀ, ਇਹ ਸਾਡੇ ਬੜੇ ਮਿੱਠੇ ਤੇ ਸੁੰਦਰ ਭੋਜਨ ਹਨ। ਕਹਿਣ ਲੱਗੇ ਮਾਤਾ ਵੀ ਤੁਰਸ ਭੋਜਨ ਵੀ ਮੈਂ ਲੈ ਕੇ ਆਈ ਸੀ। ਤੁਰਸ ਭੋਜਨ ਹੁੰਦਾ ਹੈ ਜਿਹਦੇ 'ਚ ਖਟਿਆਸ ਵੀ ਹੋਵੇ ਥੋੜੀ ਜਿਹੀ ਤੇ ਮਿੱਠਾ ਵੀ ਹੋਵੇ, ਉਹ ਵੀ ਭੋਜਨ ਮੈਂ ਲੈ ਕੇ ਆਈ ਹਾਂ। ਤਾਂ ਉੱਤਰ ਦਿੰਦੇ ਹਨ, ਖੜ ਤੁਰਸੀ ਮੁਖ ਬੋਲਣਾ। ਇਹ ਜਿਹੜੀਆਂ ਸੰਯੁਗਤ ਵੀੜਾਂ ਹਨ, ਜੁੜਵੇਂ ਅੱਖਰਾਂ ਵਾਲੀਆਂ ਪੋਥੀਆਂ ਨੇ ਭਾਈ, ਉਹ ਪੜ੍ਹਨ ਵੇਲੇ ਤੇ ਮਹਾਰਾਜ ਸਾਹਿਬ ਜੀ ਇਹ ਨਿਯਮ ਰੱਖਿਆ ਹੈ ਵੀ ਉਹਦੇ 'ਚ ਫਿਰ ਤਾਂ ਕਿ ਖਟ ਕਹਿ ਕੇ ਤੁਰਸੀ ਕਹਿਣਾ ਤੇ ਖਟਤ ਰਸੀ ਨਾ ਬਣ ਜਾਵੇ, ਇਹ ਪਾਠ ਮਤਲਬ ਗਲਤ ਹੋ ਜਾਂਦਾ ਹੈ। ਖਟ ਤੁਰਸੀ ਮਾਤਾ ਜੀ ਪਰਮੇਸ਼ਰ ਦਾ ਜਸ ਜਿਹੜਾ ਮੁਖ ਤੋਂ ਬੋਲਣਾ, ਉਚਾਰਨ ਕਰਨਾ ਹੈ, ਇਹ ਸਾਡੇ ਲਈ ਖਟ ਤੁਰਸੀ ਜਾਣੀ ਖੱਟੇ ਮਿੱਠੇ ਭੋਜਨ ਰਲਾ ਕੇ ਇਹ ਅਸੀਂ ਇਹ ਭੋਜਨ ਛਕਦੇ ਹਾਂ। ਜਿਹੜਾ 6 ਰਸਾਂ ਨੂੰ ਮੇਲ ਕੇ ਸਾਰਿਆਂ ਨੂੰ ਇਕੱਠੇ ਕਰਕੇ ਸ਼ੀਕਮ ਛੇਤੀ 36 ਹੋ ਜਾਂਦੇ ਆ। 6 ਰਸ ਇਕੱਠੇ ਕਰ ਲਏ 36 ਹੋ ਗਏ। ਜੇ ਪ੍ਰਸਾਦ 36 ਅੰਮ੍ਰਿਤ ਖਾਏ। ਤੇ ਭਾਈ ਗੁਰਦਾਸ ਲਿਖਦੇ ਨੇ, ਖਟ ਰਸ ਮੇਠ ਰਸ ਮੇਲ ਕੇ 36 ਭੋਜਨ ਹੋਣ ਰਸੋਈ। ਇਹ 36 ਭੋਜਨ ਕਿਹੜੇ ਨੇ? ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹਨਾਂ ਭੋਜਨਾਂ ਦੇ ਨਾਲ ਮਹਾਰਾਜ ਮਾਤਾ ਜੀ ਕਹਿੰਦੇ ਮੈਂ ਤਾਂ ਮਸਾਲਿਆਂ ਵਾਲੇ ਦਾਲ ਦੂਲ ਵੀ ਤੜਕ ਕੇ ਲੈ ਕੇ ਆਏ ਸੀ ਪੁੱਤਰ। ਕਹਿੰਦੇ ਮਾਤਾ ਜੀ ਸੁਣੋ, ਉਹ ਵੀ ਮਾਰਨ ਨਾਦ ਕੀਏ। ਇਹ ਮਾਰਨ ਮਸਾਲਿਆਂ ਵਾਲਾ ਭੋਜਨ ਕੀ ਹੈ? ਤੜਕਿਆਂ ਵਾਲੀ ਦਾਲ ਸਬਜ਼ੀ ਕਿਹੜੀ ਹੈ? ਜਿਹੜਾ ਨਾਦ ਸ਼ਬਦ ਦਾ ਕੀਰਤਨ ਰੂਪ ਦੇ ਵਿੱਚ ਗਾਇਨ ਕਰਨਾ ਹੈ। ਇਹ ਸ਼ਬਦ ਅਨੇਕਾਂ ਪ੍ਰਕਾਰ ਦੇ, ਇਹ ਸਵਾਦਲੇ ਭੋਜਨ ਤੜਕੇ ਹਨ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੂਣੇ। ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀ। ਇਹਦੇ ਵਿੱਚ ਸਾਰੀ ਵਿਚਾਰ ਆ ਗਈ ਹੈ। ਛਤੀ ਅੰਮ੍ਰਿਤ ਭਾਉ ਏਕ। ਹੇ ਮਾਤਾ ਜੀ 36 ਪ੍ਰਕਾਰ ਦੇ ਜਿਹੜੇ ਭੋਜਨ ਹਨ ਸਾਡੇ ਲਈ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੀ ਹੈ। ਜਿਹੜਾ ਉਹਦਾ ਭਾਉ ਪ੍ਰੇਮ ਕਰਨਾ ਨਾ, ਇਹ 36 ਪ੍ਰਕਾਰ ਦੇ ਭੋਜਨ ਸਾਡੇ। ਜਾ ਕੋ ਨਦਰ ਕਰੇ। ਤੇ ਵਾਹਿਗੁਰੂ ਦੇ ਪ੍ਰੇਮ ਦੇ ਬਰਾਬਰ 36 ਪ੍ਰਕਾਰ ਦੇ ਭੋਜਨ ਇਹ ਪਹੁੰਚ ਨਹੀਂ ਸਕਦੇ। ਪਰ ਜਾ ਕੋ ਨਦਰ ਕਰੇ, ਇਹ ਦਾਤ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਾਂ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਆਪਣੀ ਕਿਰਪਾ ਹੋ ਜਾਵੇ, ਉਹਨਾਂ ਦੀ ਦ੍ਰਿਸ਼ਟੀ ਹੋ ਜਾਵੇ। ਪਿਤਾ ਕਲਿਆਣ ਚੰਦ ਜੀ ਬੋਲੇ, ਕਹਿੰਦੇ ਪੁੱਤਰ ਤੁਹਾਡੀ ਮਾਤਾ ਨੇ ਇੰਨੇ ਪਿਆਰ ਦੇ ਨਾਲ ਭੋਜਨ ਲਿਆਏ, ਤੁਸੀਂ ਇੱਕ ਬੁਰਕੀ ਵੀ ਨਹੀਂ ਖਾਧੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਪਿਤਾ ਜੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਬਾਬਾ ਪਿਤਾ ਜੀ ਨਾਮ ਦੇ ਭੋਜਨ ਤੋਂ ਬਿਨਾਂ ਤਾਂ ਜਿਹੜੇ ਪਦਾਰਥ ਨੇ ਖੱਜਲ ਖੁਆਰ ਕਰਨ ਵਾਲੀ ਨੇ, ਇਹ ਹੋਰ ਪਦਾਰਥ ਖਾਣ ਦੀਆਂ ਖੁਸ਼ੀਆਂ ਨੇ ਜਿਹੜੀਆਂ, ਇਹ ਖੁਆਰ ਨਾਮ ਦੁਖੀ ਦਾ ਹੈ, ਦੁਖੀ ਕਰਨ ਵਾਲੀਆਂ ਨੇ। ਇਸ ਕਰਕੇ ਪਿਤਾ ਜੀ ਤੁਸੀਂ ਇਹ ਸੰਸਾ ਨਾ ਕਰੋ। ਜਿਤ ਖਾਧਾ ਤਨ ਪੀੜੀ ਹੈ। ਜਿਤ ਜਿਹੜੇ ਭੋਜਨ ਖਾਧੇ ਖਾਣ ਦੇ ਨਾਲ ਤਨ ਸਰੀਰ ਨੂੰ ਪੀੜਿਤ ਹੋ ਜਾਂਦਾ ਹੈ, ਤਕਲੀਫ ਹੋ ਜਾਂਦੀ ਹੈ। ਤੇ ਇਹਦੇ ਨਾਲ ਹੀ ਮਨ ਵਹਿ ਚੱਲਹਿ ਵਿਕਾਰ। ਮਨ ਦੇ ਵਿੱਚ ਵਿਕਾਰਾਂ ਦੀ ਵਾਸ਼ਨਾ ਚੱਲਣ ਲੱਗ ਜਾਂਦੀ ਹੈ। ਭਾਵ ਕੀ ਹੈ? ਜੇ ਵੱਧ ਘੱਟ ਖਾਣ ਦੇ ਨਾਲ ਅਨੇਕਾਂ ਸਰੀਰ ਨੂੰ ਰੋਗ ਲੱਗਦੇ ਨੇ। ਵੱਧ ਘੱਟ ਖਾਣ ਦੇ ਪੇਟ 'ਚ ਦਰਦ ਫਾਰਾ ਹੋ ਜਾਂਦਾ ਹੈ, ਗੈਸ ਦਾ ਰੋਗ ਹੋ ਜਾਂਦਾ, ਦਰਦਾਂ ਹੁੰਦੀਆਂ ਨੇ। ਉਹ ਖਾਣ ਕਰਕੇ ਸਰੀਰ ਵਿੱਚ ਪੀੜਾਂ ਪੈਂਦੀਆਂ ਸ਼ੁਰੂ ਹੋ ਜਾਂਦੀਆਂ, ਮਨ ਵਿੱਚ ਵਿਕਾਰ ਫੁਰਨ ਲੱਗ ਜਾਂਦੇ ਨੇ। ਜ਼ਿਆਦਾ ਖਾਣ ਦੇ ਨਾਲ ਮਨ ਵਿੱਚ ਵਿਸ਼ਿਆਂ ਦੀ ਵਾਸ਼ਨਾ ਪੈਦਾ ਹੁੰਦੀ ਹੈ। ਇਸ ਕਰਕੇ ਮਾਤਾ ਜੀ ਤੁਸੀਂ ਇਸ ਪ੍ਰਕਾਰ ਦਾ ਖਿਆਲ ਨਾ ਕਰੋ। ਪਿਤਾ ਜੀ ਨੂੰ ਕਹਿ ਦਿੱਤਾ। ਫਿਰ ਮਾਤਾ ਜੀ ਕਹਿੰਦੇ ਪੁੱਤਰ ਜੇ
ਚਲੋ ਭੋਜਨ ਹੀ ਛਕਣਾ। ਮੈਂ ਪਿਸ਼ਾਕ ਲੈ ਕੇ ਆਈਆਂ, ਮੈਂ ਬੜੀ ਦੇਰ ਦੀ ਨਾ ਤਿਆਰ ਕਰਕੇ ਰੱਖੀਆਂ ਸੀ। ਜਿੱਦਣ ਮੇਰਾ ਨਾਨਕ ਮਿਲੇ ਮੈਂ ਰੰਗ ਬਰੰਗੀਆਂ ਪਿਸ਼ਾਕਾਂ ਜਿਹੀਆਂ ਜਦੋਂ ਪਹਿਨਦਾ ਉਹ ਤਿਆਰ ਕਰਕੇ ਲੈ ਕੇ ਆਈਆਂ। ਮੈਂ ਇਹ ਕਈ ਰੰਗਾਂ ਦੇ ਵਸਤਰ ਮੈਂ ਲੈ ਕੇ ਆਈਆਂ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਹਨ, ਅਸਥਾਈ ਦੇ ਕੇ ਕਥਨ ਕਰਦੇ ਨੇ ਜੇ ਰੱਤਾ ਪਹਿਨਣ ਮਨ ਰੱਤਾ। ਮਹਾਰਾਜ ਕਹਿੰਦੇ ਮਾਤਾ ਜੀ ਜੋ ਸਤਿਗੁਰਾਂ ਦੇ ਨਾਮ ਦੇ ਵਿੱਚ ਮਨ ਰੱਤਾ ਨਾਮ ਰੰਗੇ ਜਾਣਦਾ ਹੈ, ਜਿਹੜਾ ਨਾਮ ਦੇ ਵਿੱਚ ਮਨ ਰੰਗਿਆ ਗਿਆ ਹੈ ਇਹ ਸਾਡਾ ਰੱਤਾ ਕੀ ਹੈ? ਲਾਲ ਪੋਸ਼ਾਕਾ ਸਾਡਾ ਪਹਿਲਾਂ ਹੀ ਪਹਿਨਿਆ ਹੋਇਆ ਹੈ, ਮਨ ਸਾਡਾ ਰੱਤਿਆ ਪਿਆ ਹੈ। ਇਸ ਤੋਂ ਇਲਾਵਾ ਫਿਰ ਰੱਤਾ ਪਹਿਨ ਮਨ ਰੱਤਾ, ਤੇ ਇਸ ਕਰਕੇ ਇਹ ਲਾਲ ਰੰਗ ਦਾ ਇਹ ਅਸੀਂ ਪਹਿਨਣਾ ਕੀਤਾ ਹੋਇਆ ਹੈ। ਸੁਪੇਦੀ ਸਤ ਦਾਨ, ਅਤੇ ਸਤ ਸੱਚ ਬੋਲਣ ਦਾ ਜਿਹੜਾ ਸੱਚ ਸਰੂਪ ਦਾ ਦਾਨ ਜਾਣਨਾ ਹੈ। ਦਾਨਦਾਰ ਤੇ ਦਾਨਾ ਬੰਦਾ ਹੈ, ਫਲਾਨਾ ਜੀ ਦਾਨਾ ਹੈ, ਦਾਨਸ਼ਮੰਦ ਹੈ, ਜਾਣਨ ਤੋਂ ਭਾਵ ਹੈ ਜਿਹੜਾ ਸੱਚ ਸਰੂਪ ਨੂੰ ਜਾਣਨਾ ਹੈ ਨਾ, ਤੇ ਸਤ ਸ਼ਬਦ ਉਪਦੇਸ਼ ਰੂਪੀ ਦਾਨ ਕਰਨਾ ਹੈ। ਇਹ ਸਾਡੀ ਚਿੱਟੀ ਦੁੱਧ ਵਰਗੀ ਪੋਸ਼ਾਕ ਹੈ ਮਾਤਾ ਜੀ। ਇਹ ਸਾਡਾ ਸਫੇਦੀ ਨਾਲ ਚਿੱਟੇ ਨੂੰ ਕਹਿੰਦੇ ਨਾ, ਸਫੇਦੀ ਫੇਰੀ ਹੋਈ ਹੈ, ਚਿੱਟਾ ਰੰਗ ਹੈ, ਇਹ ਸਾਡੀ ਚਿੱਟੀ ਪੋਸ਼ਾਕ ਹੈ। ਨੀਲੀ ਸਿਆਹੀ ਕਦਾ ਕਰਨੀ, ਤੇ ਜੋ ਮਨ ਦੇ ਵਿੱਚੋਂ ਪਾਪਾਂ ਦੀ ਸਿਆਹੀ ਕਾਲਸ ਨੂੰ ਕਦਾ ਕਰਨੀ, ਕਦਾ ਨਾਮ ਕੱਟਣ ਦਾ ਕੱਟਣਾ ਕਰਨਾ ਹੈ, ਇਹ ਸਾਡੀ ਨੀਲੀ ਤੇ ਕਾਲੀ ਪੋਸ਼ਾਕ ਪਹਿਨੀ ਹੋਈ ਹੈ ਮਾਤਾ ਜੀ। ਪਹਿਰਣ ਪੈਰ ਧਿਆਨ, ਇਹ ਪਹਿਨਣ ਹੋਈ ਹੈ। ਫਿਰ ਪ੍ਰਭੂ ਦੇ ਪੈਰ ਨਾਮ ਹੈ ਚਰਨਾਂ ਦਾ, ਜਿਹੜਾ ਨਿਰੰਕਾਰ ਦੇ ਚਰਨਾਂ ਦਾ ਧਿਆਨ, ਇਹੀ ਸਾਡਾ ਪਹਿਰਨ ਨਾਮ ਚੋਲੇ ਦਾ ਹੁੰਦਾ, ਜਿਹੜਾ ਖੁੱਲਾ ਚੋਲਾ। ਪਹਿਰਨ ਤਣੀਆਂ ਵਾਲਾ ਜਿਹੜਾ ਚੋਲਾ ਹੁੰਦਾ ਉਹਨੂੰ ਪਹਿਰਨ ਕਹਿੰਦੇ ਨੇ, ਤਣੀਆਂ ਲੱਗੀਆਂ ਹੋਣ। ਇਹ ਪੁਰਾਣਾ ਪੋਸ਼ਾਕਾ ਹੈ, ਸ਼ਾਹੀ ਪੋਸ਼ਾਕ ਜਿਹੜੀ ਕਹਿੰਦੀ ਮਹਾਰਾਜ ਸਾਹਿਬ ਨੇ ਐਸਾ ਬਾਣਾ ਦਿੱਤਾ ਸੀ ਖਾਲਸੇ ਨੂੰ, ਜਿਹੜਾ ਸਾਡੇ ਅੱਜ ਨਿਹੰਗ ਸਿੰਘ ਸੰਪਰਦਾ ਤੇ ਉਸੇ ਤਰ੍ਹਾਂ ਸਾਂਭਿਆ ਹੋਇਆ ਹੈ। ਸਿੰਘ ਸਾਹਿਬਾਨਾਂ ਦੇ ਵੀ ਤੁਸੀਂ ਦੇਖਿਓ ਕਿ ਵੀ ਤਣੀ ਵਾਲਾ ਹੁੰਦਾ ਹੈ, ਇਹੀ ਸਾਡਾ ਤਣੀਆਂ ਵਾਲਾ ਚੋਲਾ ਪਹਿਨਿਆ ਹੋਇਆ ਹੈ। ਕਮਰਬੰਦ ਸੰਤੋਖ ਕਾ, ਤੇ ਅਸੀਂ ਸੰਤੋਖ ਦਾ ਕਮਰਬੰਦ ਨਾਮ ਹੈ, ਕਮਰ ਕਸਾ ਕੀਤਾ ਹੋਇਆ ਹੈ। ਤੇ ਇਸ ਕਰਕੇ ਅਸੀਂ ਜਿਹੜਾ ਲੋਭ ਆਦ ਲਹਿਰਾਂ ਜੀਵਨ ਤੰਗ ਕਰਦੀਆਂ ਨੇ, ਚਿੱਤ ਦੇ ਚ ਰੋਕ ਲਈਆਂ, ਸੰਤੋਖੀ ਜੀਵਨ ਬਣਾ ਲਿਆ। ਤੇ ਇਸ ਕਰਕੇ ਫਿਰ ਇਹ ਸਾਡਾ ਕਮਰ ਕਸਾ ਕੀਤਾ ਹੋਇਆ ਹੈ। ਧਨ ਜੋਵਨ ਤੇਰਾ ਨਾਮ, ਪਰਮੇਸ਼ਰ ਦੇ ਸਨਮੁਖਿਓਂ ਬੇਨਤੀ ਕਰਦੇ ਨੇ ਫਿਰ, ਹੇ ਨਿਰੰਕਾਰ, ਹੇ ਵਾਹਿਗੁਰੂ, ਸਾਨੂੰ ਢੰਗ ਦੱਸਦੇ ਨੇ, ਤੁਹਾਡਾ ਨਾਮ ਹੀ ਸਾਡਾ ਧਨ ਦੌਲਤ ਹੈ, ਅਤੇ ਤੇਰੇ ਨਾਮ ਮਿਲਣ ਦੇ ਲਈ ਜਿਹੜਾ ਸ਼ੌਕ ਅਵਸਥਾ, ਸ਼ੌਕ ਲੱਗਣਾ ਹੈ, ਕਹਿੰਦੇ ਇਹੀ ਜਵਾਨੀ ਆ ਸਾਡੀ, ਇਹ ਜੋਬਨ ਹੈ। ਪਿਤਾ ਜੀ ਨੇ ਕਿਹਾ, ਪੁੱਤਰ ਜੋ ਤੁਸੀਂ ਕਹਿੰਦੇ ਹੋ ਵੀ ਵਸਤਰ ਜਿਹੜੇ ਪਹਿਨੇ ਹੋਣੇ, ਕਹਿੰਦਾ ਮੈਨੂੰ ਤਾਂ ਕਿਤੇ ਨਹੀਂ ਦਿਖਦੇ ਕਿਹੜੇ ਵਸਤਰ ਪਹਿਨੇ, ਅਗਿਆਨੀ ਸੀ ਨਾ ਅਜੇ, ਮੈਨੂੰ ਤਾਂ ਕਿਤੇ ਦਿਖਦੇ ਨਹੀਂ। ਤਾਂ ਮਹਾਰਾਜ ਬੋਲੇ ਅੱਗੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਬਾਬਾ ਮਹਾਰਾਜ ਕਹਿੰਦੇ ਪਿਤਾ ਜੀ ਜੋ ਮਨ ਦੀ ਖੁਸ਼ੀ ਲਈ ਚੰਗੇ ਚੰਗੇ ਵਸਤਰ ਪਹਿਨਣੇ ਆ ਨਾ, ਇਹ ਖੁਆਰ ਦੁਖੀ ਕਰਨ ਵਾਲੇ ਨੇ, ਇਹ ਬੇਕਾਰੀ ਸੁਭਾਅ ਹੋ ਜਾਂਦਾ ਹੈ। ਜ਼ਰੂਰਤ ਅਨੁਸਾਰ ਸਾਦਾ ਖਾਣਾ ਵੀ ਖਾਣਾ ਚਾਹੀਦਾ ਹੈ, ਮਹਾਰਾਜ ਕਹਿੰਦੇ ਸਾਦਾ ਪਹਿਨਣਾ ਚਾਹੀਦਾ। ਇਹ ਕਹਿ ਕੇ ਮਾਤਾ ਦਾ ਲਿਆਂਦਾ ਭੋਜਨ ਵੀ ਛਕਿਆ ਮਹਾਰਾਜ ਨੇ, ਐਸੀ ਬਾਤ ਨਹੀਂ। ਪਰ ਕਹਿੰਦੇ ਆ ਜਿਹੜੇ ਲਾਲ ਪੀੜੀਆਂ 'ਚ ਪੋਸ਼ਾਕਾਂ ਲੈ ਕੇ ਆਈਆਂ ਮਾਤਾ, ਕਹਿੰਦੇ ਇਹ ਨਹੀਂ ਸਾਡੇ ਕੋਈ ਕੰਮ ਦੀਆਂ, ਮੈਂ ਤਾਂ ਸਾਦਾ ਲਿਬਾਸ ਪਹਿਨਣ ਵਾਲਾ ਹਾਂ। ਇਹ ਜਿਹੜਾ ਇਹ ਖੁਆਰੀ ਕਰਨ ਵਾਲਾ ਹੈ, ਸੰਸਾਰ ਖੁਸ਼ੀਆਂ ਦੇਣ ਵਾਲਾ ਹੈ, ਤੇ ਇਹ ਸਦਾ ਹੀ ਖੁਆਰੀ ਕਰਨ ਵਾਲਾ ਹੈ। ਇਹਦੀਆਂ ਖੁਸ਼ੀਆਂ ਜਿਹੜੀਆਂ ਪਹਿਰਾਵੇ ਦੇ ਵਿੱਚ ਕਈ ਦੇਖਿਆ ਨੇ, ਉਹ ਕੱਪੜਿਆਂ ਕਿ ਨਹੀਂ ਦੇਖੀ ਜਾਂਦੇ ਨੇ ਵੀ ਮੇਰਾ ਸੋਹਣਾ ਜਿਹਾ ਹੈ ਕੱਪੜਾ ਕਰਾਈ, ਤੇ ਕਰੀਜ ਬੱਝੀ ਹੋਈ ਹੈ ਕਿ ਨਹੀਂ ਹੈ, ਸਹੀ ਲੋਕ ਦੇਖਣਗੇ ਵੀ ਹਾਂ ਸੋਹਣਾ ਕੱਪੜਾ ਪਾਇਆ। ਇਹ ਦੇ ਅਧਿਆਸ ਹੈ। ਮਹਾਰਾਜ ਕਹਿੰਦੇ ਨਹੀਂ ਭਾਈ ਸਾਦੇ ਰਹੋ। ਜਿਤ ਪੈਦਾ ਤਨ ਪੀੜੀ ਹੈ, ਜਿਤ ਜਿਸ ਪੋਸ਼ਾਕ ਦੇ ਪਹਿਨਣ ਦੇ ਨਾਲ ਤਨ ਸਰੀਰ ਨੂੰ ਹੰਕਾਰ ਦੇ ਵਿੱਚ ਪੀੜਿਤ ਹੋ ਜਾਵੇ, ਪੀੜਿਤ ਦੁਖੀ ਹੋਣਾ, ਹੰਕਾਰ ਚੜ ਜਾਵੇ ਕਿ ਮੈਂ ਬਹੁਤ ਸੋਹਣੇ ਕੱਪੜੇ ਪਾਏ ਹੋਏ ਨੇ। ਤੇ ਇਸ ਦੇ ਵਿੱਚ ਫਿਰ ਅੱਗੇ ਵੀ ਦੱਸਦੇ ਹਨ, ਮਨ ਮਹਿ ਚੱਲਹਿ ਵਿਕਾਰ, ਮਨ ਦੇ ਵਿੱਚ ਕਾਮ ਕ੍ਰੋਧ ਦੇ ਵਿਕਾਰ ਚੱਲਣ ਲੱਗ ਪੈਂਦੇ ਨੇ। ਐਸੀ ਪੋਸ਼ਾਕ ਨਹੀਂ ਪਹਿਨਣੀ ਚਾਹੀਦੀ। ਅੱਜ ਸੰਸਾਰ ਉਹੋ ਜਿਹੇ ਕੱਪੜੇ ਪਹਿਨਦਾ ਜਿਹਦੇ ਵਿੱਚ ਕਲਯੁਗ ਦਾ ਪਹਿਰਾ ਹੈ। ਬੱਚੇ ਵੀ ਬੱਚੀਆਂ ਵੀ, ਦੇਖਣ ਵਾਲੇ ਬਜ਼ੁਰਗਾਂ ਨੂੰ ਤਾਂ ਸ਼ਰਮ ਆਉਂਦੀ ਹੈ, ਪਰ ਪਹਿਨਣ ਵਾਲਿਆਂ ਨੂੰ ਅੱਜ ਕੋਈ ਸ਼ਰਮ ਨਹੀਂ ਆ ਰਹੀ। ਅੱਧੇ ਤੋਂ ਵੱਧ ਪਿੰਡੇ ਨੰਗੇ ਲੈ ਕੇ ਬਾਜ਼ਾਰਾਂ 'ਚ ਘੁੰਮਣਾ। ਕਿੱਥੇ ਗਿਆ ਪਰਦਾ? ਇਸਲਾਮ ਦੇ ਭਰਾਵਾਂ ਨੇ ਅੱਜ ਵੀ ਇਹ ਵਿਰਸੇ ਸੰਭਾਲ ਕੇ ਰੱਖਿਆ, ਮੁਹੰਮਦ ਸਾਹਿਬ ਤੋਂ ਲੈ ਕੇ
ਉਹਨਾਂ ਦੇ ਬੀਬੀਆਂ ਪਰਦੇ 'ਚ ਕਿਉਂ ਰਹਿੰਦੀ ਹੈ? ਤੋ ਇਸ ਕਰਕੇ ਜਿਉਂ-ਜਿਉਂ ਪੜ੍ਹ ਤੋਂ ਬੇਪੜ੍ਹ ਤੋਂ ਹੈ, ਵੱਡੇ ਪੁਰਾਣੇ ਘਰਾਣੇ ਦੀਆਂ ਬੀਬੀਆਂ ਜਿਹੜੀਆਂ ਉਹ ਬਸਤਰਾਂ ਦੇ ਉੱਤੇ ਵੀ ਚਾਦਰ ਵੱਡੀ ਲੈ ਕੇ ਨਿਕਲਦੀਆਂ ਹੁੰਦੀਆਂ ਸੀ, ਪਰਦਾ ਸੀ, ਇਹ ਸ਼ਰਮ ਸੀ। ਤੋ ਇਸ ਕਰਕੇ ਇਹ ਬੇਪੜ੍ਹ ਹੋਣਾ ਜਿਹੜਾ ਇਹਦੇ ਵਿੱਚ ਬਹੁਤ ਤਨ ਪੀੜਤ ਹੁੰਦਾ ਹੈ, ਹੰਕਾਰ ਵੀ ਹੁੰਦਾ ਹੈ, ਕਾਮ ਦੀ ਵਾਸ਼ਨਾ ਦੂਜੇ ਨੂੰ ਦੇਖ ਕੇ ਫੁਰੇ, ਇਹ ਤਮੋ ਗੁਣੀ ਪਹਿਰਾਵਾ ਹੈ। ਕਾਮ ਕ੍ਰੋਧ ਵਿੱਚ ਚੱਲੇ ਮਨ ਦੇ ਇਉਂ ਦੱਸਦੇ ਹਨ ਜੇ ਰਹਾਉ। ਇੱਕ ਵਾਰੀ ਪੜ੍ਹ ਦੋ ਦੁਬਾਰੇ। ਮਨ ਵਹਿ ਚੱਲੈ ਵਿਕਾਰ। ਮਨ ਦੇ ਮਹਿ ਕੀਏ ਵਿੱਚ ਕਾਮ ਇਹ ਵਾਸ਼ਨਾ ਫੁਰਦੀ ਹੈ, ਮਨ ਦੇ ਵਿੱਚ ਕ੍ਰੋਧ ਚੱਲਦਾ ਹੈ। ਜੇ ਕੋਈ ਮਾੜਾ ਜਿਹਾ ਛਿੱਟਾ ਲੱਗ ਜਾਵੇ ਨਾ, ਮਾੜਾ ਜਿਹਾ, ਉਹ ਕਹਿੰਦਾ ਮੇਰਾ ਕੱਪੜਾ ਪਾਇਆ ਜੀ, ਮੈਂ ਤਾਜ਼ਾ ਨਵਾਂ ਪਾਇਆ, ਤੂੰ ਉਹਦੇ ਕ੍ਰੋਧ ਆਜੂ ਦੇ ਉਹਦੇ ਗਲ ਪੈਂਦਾ ਹੈ, ਲੜਦਾ ਉਹਦੇ ਨਾਲ। ਇਹ ਪੁਸ਼ਾਕਾਂ ਇਸ ਕਰਕੇ ਅਸੀਂ ਨਹੀਂ ਪਹਿਨਦੇ। ਰਵਿਦਾਸ ਜੀ ਨੇ ਜ਼ਿੰਦਗੀ ਦੇ ਇੱਕ ਵਾਰੀ ਐਸਾ ਹੋਇਆ, ਉਹ ਬਰਾਤ ਕਿਸੇ ਉਹਨਾਂ ਦੇ ਪ੍ਰੇਮੀ ਨੇ ਲੈ ਕੇ ਜਾਣਾ ਸੀ, ਬਹੁਤ ਸੁੰਦਰ ਪੁਸ਼ਾਕ ਰਵਿਦਾਸ ਜੀ ਵਾਸਤੇ ਇੱਕ ਘੋੜਾ ਦੇ ਦਿੱਤਾ ਚੜ੍ਹਨ ਵਾਸਤੇ। ਕਹਿੰਦੇ ਜੀ ਇੱਥੇ ਬੈਠੋ, ਤੁਸੀਂ ਸਾਡੇ ਪੂਜ ਹੋ। ਤੇ ਰਵਿਦਾਸ ਜੀ ਕਹਿੰਦੇ ਜਦੋਂ ਮੈਂ ਉਹਦੇ ਤੇ ਬੈਠਿਆ, ਕਹਿੰਦੇ ਉਸੇ ਵੇਲੇ ਮਨ ਦੇ 'ਚ ਹੰਕਾਰ ਸੋਖ ਜਾ ਹੋ ਗਿਆ ਵੀ ਦੇਖ ਬਈ, ਕੱਲ ਜੁੱਤੀਆਂ ਗੰਢਦੇ ਸੀ, ਅੱਜ ਤਾਂ ਘੋੜੀ ਮਿਲ ਗਈ ਚੜ੍ਹਨ ਵਾਸਤੇ, ਅੱਜ ਕਿੰਨਾ ਸੋਹਣਾ ਸੁੰਦਰ ਪੁਸ਼ਾਕ ਹੈ। ਤੇ ਉਹ ਹੰਕਾਰ ਜਦੋਂ ਆਇਆ, ਉਸੇ ਵੇਲੇ ਘੋੜੇ ਤੋਂ ਹੇਠਾਂ ਛਾਲ ਮਾਰ ਕੇ ਕਹਿੰਦੇ ਆਹ ਚੱਕੋ ਪਾਈ ਕੇ ਤੁਹਾਡੀ ਪੁਸ਼ਾਕ। ਆਖੇ ਮਹਾਰਾਜ ਨਾਰਾਜ਼ ਹੋ ਗਏ ਹੋ? ਕਹਿੰਦੇ ਨਾਰਾਜ਼ ਨਹੀਂ ਹੋਏ, ਕਹਿੰਦੇ ਇਹਦੇ 'ਚ ਤਾਂ ਵਿਕਾਰ ਹੈ ਬਹੁਤ ਵੱਡਾ। ਆਪਣੀ ਫਿਰ ਕਾਇਆ ਨੂੰ ਕਹਿੰਦੇ ਤੁਝੇ ਸਜੰਤਾ ਕਛੂ ਨਾਹੀ, ਪਹਿਰਾਵਾ ਦੇਖੇ ਊਬ ਜਾਹੇ। ਹੇ ਕਾਇਆ ਤੂੰ ਪਹਿਰਾਵਾ ਦੇਖ ਕੇ ਹੰਕਾਰ ਹੋ ਗਿਆ ਤੈਨੂੰ। ਗਰਵੰਤੀ ਕਾ ਨਾਹੀ ਠਾਓ, ਤੇਰੀ ਗਰਦਨ ਊਪਰ ਲਵੈ ਕਾਓ। ਤੂੰ ਕਾਹੇ ਗਰਬੈ ਬਾਵਲੀ, ਇਹ ਹੰਕਾਰਨ ਦੇ ਤੂੰ ਕਿਵੇਂ ਫੁੱਲ ਗਈ। ਜੈਸੇ ਭਾਦੋ ਖੂਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਭਾਦੋਂ ਦੀਆਂ ਖੁੰਬਾਂ ਤਾਂ ਕੱਟ ਜਾਣੀਆਂ 4 ਦਿਨ, ਤਾਂ ਇੰਨਾ ਵੀ ਨਹੀਂ ਕੱਟਣਾ, ਹੰਕਾਰ ਕਾਹਦੀ। ਇਸ ਕਰਕੇ ਇਹ ਪਹਿਰਾਵਾ ਜਿਹੜਾ ਹੈ, ਮਹਾਰਾਜ ਨੇ ਕਿਹਾ ਸੀ ਪਿਤਾ ਜੀ, ਤੇ ਇਹ ਪਹਿਰਾਵੇ ਮੈਂ ਇਸ ਕਰਕੇ ਤਿਆਗੇ ਨੇ, ਤੇ ਇਹ ਤਨ ਨੂੰ ਪੀੜਤ ਕਰਦੇ ਆ। ਤਾਂ ਪਿਤਾ ਜੀ ਨੇ ਕਿਹਾ ਪੁੱਤਰ ਫਿਰ ਤੈਨੂੰ ਘੋੜੀ ਲਿਆ ਦਾਂ, ਫਿਰਨ ਤੋਂ ਤਾਂ ਹਟਣਾ ਨਹੀਂ ਤਾਂ, ਕਮ ਸੇ ਕਮ ਹੁਣ ਤਾਂ ਇੰਨਾ ਚਿਰ ਫਿਰ ਲਿਆ, ਤੈਨੂੰ ਘੋੜੀ ਲਿਆ ਦੇਣੇ, ਪੈਦਲ ਕਿਉਂ ਚੱਲਦੇ ਹੋ। ਸੁੰਦਰ ਕਾਠੀਆਂ ਸੋਨੇ ਦੀ ਕਾਠੀ ਵਾਲੀ ਘੋੜੀ ਲਿਆ ਕੇ ਦਊਂ ਮੈਂ ਤੈਨੂੰ, ਮੇਰਾ ਕੱਲਾ ਕੱਲਾ ਪੁੱਤਰ ਹੈ, ਦੁਮਚੀਆਂ ਪਾਈਆਂ ਕਰੋ। ਤੇ ਤਾਂ ਮਹਾਰਾਜ ਸਾਹਿਬ ਜੀ ਫਿਰ ਪਿਤਾ ਨੂੰ ਉਪਦੇਸ਼ ਦੇਣ ਦੇ ਲਈ ਫਰਮਾਨ ਕੀਤਾ ਜੇ। ਅਸਥਾਈ ਦੇ ਕੇ ਕਹਿੰਦੇ ਨੇ ਘੋੜੇ ਪਾਖਰ ਸੋਇਨੇ ਸਾਖਤ। ਹੇ ਪਿਤਾ ਜੀ, ਧਰਮ ਰੂਪੀ ਘੋੜੇ ਤੇ ਚੜੇ ਆਂ ਅਸੀਂ ਤਾਂ ਪਹਿਲਾਂ ਹੀ, ਇਹਦੇ ਤੇ ਸਵਾਰੀ ਕੀਤੀ ਹੋਈ ਹੈ, ਤੇ ਜਤ ਰੂਪੀ ਪਾਖਰ ਕਾਠੀ ਪਾਈ ਹੋਈ ਹੈ, ਸਤ ਰੂਪੀ ਕੰਡਿਆਲਾ ਇਹਦੇ 'ਚ ਪਾਇਆ ਹੋਇਆ ਹੈ, ਤੇ ਸਤਰੂਪ ਸੋਨੇ ਦੀ ਦੁਮਚੀ ਹੈ। ਇਹ ਦੁਮਚੀ ਨਾ ਘੋੜੇ ਦੀ ਦੁਮ ਜਿਹੜੀ ਪੂੰਛ ਹੈ ਉਹਦੇ 'ਚ ਪਾ ਕੇ ਸਾਜ ਕੇ ਜੋ ਅੱਗੇ ਚਮੜੇ ਦੇ ਨਾਲ ਬੰਨ੍ਹ ਕੇ ਕਾਠੀ ਦੇ ਨਾਲ ਬੰਨ੍ਹਾ ਹੁੰਦਾ ਵੀ ਪਿੱਛੇ ਨੂੰ ਨਾ ਜਾਵੇ, ਇਹਨੂੰ ਦੁਮਚੀ ਕਹਿੰਦੇ ਨੇ। ਇਸ ਤਰ੍ਹਾਂ ਜਿਹੜਾ ਕਰਨਾ, ਮੈਤਰੀ, ਮੁੱਤਤਾ, ਅਪੇਖਿਆ, ਇਹ ਰੂਪ 'ਚ ਦੁਮਚੀਆਂ ਬੰਨੀਆਂ ਹੋਈਆਂ ਹਨ। ਬੂਝਣ ਤੇਰੀ ਵਾਟ, ਜੋ ਤੇਰੀ ਭਗਤੀ ਦੇ ਰਸਤੇ ਨੂੰ ਜਾਣਨਾ ਹੈ, ਇਹੀ ਸਾਡਾ ਰਸਤਾ ਹੈ, ਅਸੀਂ ਇਹਦੇ ਉੱਤੇ ਚੱਲਦੇ ਹਾਂ। ਹੇ ਪਰਮੇਸ਼ਰ, ਤੇਰੀ ਤੁਹਾਡੀ ਪ੍ਰਾਪਤੀ ਦਾ ਰਸਤਾ ਬੂਝਣ ਦੇ ਲਈ ਇਹੋ ਪਰਮਾਰਥ ਦੀ ਬਾਟ, ਭਗਤੀ ਦੇ ਮਾਰਗ, ਗਿਆਨ ਸਹਿਤ ਰਸਤੇ ਤੇ ਚੱਲਦੇ ਹਾਂ। ਤਰਕਸ ਤੀਰ ਕਮਾਨ ਸਾਂਗ, ਤੇ ਜਿਵੇਂ ਸੂਰਮੇ ਘੋੜੇ ਤੇ ਬੈਠੇ ਐ, ਉਹਦੇ 'ਚ ਪੱਥਾ ਹੁੰਦਾ, ਤੀਰ ਹੁੰਦੇ ਐ, ਤੇਗ ਬੰਨੀ ਹੁੰਦੀ ਹੈ, ਸੂਰਮੇ ਸਫਰ ਦੀ ਫਿਰਨਾ, ਕੋਈ ਦੁਸ਼ਮਣ ਨਾ ਪੈ ਜਾਏ। ਸਾਡਾ ਤਾਂ ਸੰਤੋਖ ਦਾ ਜਿਹੜਾ ਹਿਰਦਾ, ਇਹ ਤਰਕਸ ਕੀ ਹੈ, ਪੱਥਾ ਹੈ, ਪ੍ਰੇਮ ਰੂਪੀ ਤੀਰ ਪਾਏ ਵੇ ਨੇ ਇਹਦੇ 'ਚ। ਨਿਮਰਤਾ, ਆਤਮ ਵਿਸ਼ੈਣੀ ਮਤੀ, ਇਹ ਕਮਾਨ ਹੈ, ਸਾਡੀ ਧਨੁਸ਼ ਹੈ। ਤੇ ਸ਼ਾਂਤੀ ਰੂਪ ਸਾਡੇ ਕੋਲ ਸਾਂਗ ਵਰਸ਼ਾ ਫੜਿਆ ਹੋਇਆ, ਸ਼ਾਂਤੀ ਰੂਪ। ਤੇ ਇਸ ਕਰਕੇ ਗਿਆਨ, ਭਗਤੀ, ਇਹ ਸਮਿਲਤ ਸਾਡੇ ਜਿਹੜੇ ਗੁਣ ਹਨ। ਤੇਗਵੰਦ ਗੁਣ ਧਾਤ, ਭਗਤੀ ਦੀ ਤੇਗ ਹੈ ਸਾਡੇ ਕੋਲ, ਤੇਗਵੰਦ ਇਹ ਬੰਨੀ ਹੋਈ ਹੈ, ਕਮਰ ਕਸਾ ਕੀਤਾ ਹੈ, ਘੁੱਟ ਕੇ ਇਹਨਾਂ ਨੂੰ ਜਿਹੜਾ ਗੁਣਾਂ ਨੂੰ ਛਾਤੀ ਨਾਲ ਲਾਇਆ ਹੈ, ਗੁਣਾਂ ਨੂੰ ਧਾਰਨ ਕੀਤਾ ਹੈ। ਇਹਦੇ ਨਾਲ ਕਾਮ ਕਰੋ, ਦੁਸ਼ਮਣਾਂ ਨੂੰ ਮਾਰਨ ਦੇ ਲਈ ਧਾਤ ਦੌੜ ਕੇ ਜਾਂਦੇ ਆ, ਸੂਰਮੇ ਦੌੜ ਕੇ ਜਾਂਦੇ, ਦੁਸ਼ਮਣ ਦੇ ਉੱਤੇ ਹੱਲਾ ਕਰਦੇ ਆ, ਧਾਵਾ ਬੋਲਦੇ ਆ। ਇਹ ਸ਼ੁਭ ਗੁਣਾਂ ਦੇ ਇਕੱਤਰ ਕਰ ਲਈ ਅਸੀਂ ਦੌੜ ਕੇ ਜਾਂਦੇ ਹਾਂ, ਜਿੱਥੇ ਮਹਾਪੁਰਸ਼, ਜਿੱਥੇ ਸਤਸੰਗ ਹੁੰਦੀ ਹੈ। ਵਾਜਾ ਨੇਜਾ ਪਤਸ ਪ੍ਰਗਟ, ਸਤਨਾਮ ਰੂਪੀ ਬਾਜਾ, ਨਿਸ਼ਚੇ ਰੂਪੀ ਨੇਜਾ ਵਰਛਾ ਪਕੜਿਆ ਹੋਇਆ ਹੈ।
ਤੋ ਇਸ ਕਰਕੇ ਕਰਮ ਤੇਰਾ ਮੇਰੀ ਜਾਤ। ਬਾਜਾ ਨੇਜਾ ਪਤ ਸਿਉ ਪ੍ਰਗਟ। ਭਾਈ ਵਿਸਰਾਮ ਦਾ ਧਿਆਨ ਰੱਖਣਾ ਹੈ। ਬਾਜਾ ਨੇਜਾ ਪਤ ਸਿਉ ਪ੍ਰਗਟ। ਸਤਨਾਮ ਦਾ ਬਾਜਾ ਨਿਸ਼ਚੇ ਰੂਪੀ ਨੇਜਾ ਵਰਸ਼ਾ ਪੜਿਆ ਹੋਇਆ ਹੈ। ਤੇ ਫਿਰ ਕਰਮ ਤੇਰਾ ਮੇਰੀ ਜਾਤ। ਪੰਕਤੀ ਬੋਲੋ ਜੀ ਦੁਆਰੇ। ਕਰਮ ਤੇਰਾ ਮੇਰੀ ਜਾਤ। ਤੇ ਇਸ ਕਰਕੇ हे ਪਰਮੇਸ਼ਰ, ਪਦ ਪਰਮੇਸ਼ਰ ਦੀ ਪ੍ਰਾਪਤੀ ਰੂਪ ਜਿਹੜਾ ਪ੍ਰਗਟ ਮਸ਼ਹੂਰ ਹੋਣਾ ਹੈ ਨਾ, ਇਹ ਪਿੱਛੋਂ ਅਰਥ ਨਾਲ ਜੁੜਦਾ ਹੈ। ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਨੇ, हे ਪਰਮੇਸ਼ਰ ਦੀ ਤੇਰੀ ਕਿਰਪਾ ਦ੍ਰਿਸ਼ਟੀ ਜਿਹੜੀ ਹੋਣੀ ਹੈ, ਇਹ ਮੇਰੀ ਉੱਤਮ ਜਾਤੀ ਹੈ, ਜਾਤ। ਹੋ ਸਾਡੀ ਕੋਈ ਜਾਤ ਪਾਤ ਨਹੀਂ ਹੈ, ਜਾਤੀ ਵਿਤਕਰਾ ਨਹੀਂ। ਤੇਰੀ ਕਰਮ ਕੀ ਇਹ ਬਖਸ਼ਿਸ਼ ਹੀ ਮੇਰੀ ਜਾਤ ਹੈ ਜੇ। ਬਾਬਾ ਹੋਰ ਚੜਨਾ ਖੁਸ਼ੀ ਖੁਆਰ। हे ਪਿਤਾ ਜੀ, ਪਰਮੇਸ਼ਰ ਨੂੰ ਭੁੱਲ ਕੇ ਜਿਹੜਾ ਹੋਰ ਮਨ ਦੀ ਖੁਸ਼ੀ ਵਾਸਤੇ ਘੋੜਿਆਂ ਤੇ ਚੜੇ ਫਿਰਨਾ, ਭਜਾਉਣੇ ਹਨ ਘੋੜੇ, ਇਹ ਖੁਆਰ, ਇਹ ਤਾਂ ਖਰਾਬ ਦੁਖੀ ਕਰਨ ਵਾਲੇ ਹਨ। ਜਿਤ ਚੜਿਆ ਤਨ ਪੀੜੀਐ, ਮਨ ਮਹਿ ਚੱਲਹਿ ਕਾਰ। ਜਿਤ ਇਹਦੇ ਉੱਤੇ ਚੜ ਕੇ, ਸਵਾਰੀ ਉੱਤੇ ਚੜਿਆ ਸਵਾਰ ਹੋਣ ਕਰਕੇ ਤਨ ਸਰੀਰ ਵਿੱਚ ਹੰਕਾਰ ਪੀੜਿਤ ਹੁੰਦਾ ਹੈ ਅਤੇ ਮਨ ਦੇ ਵਿੱਚ ਕਾਮ ਆਦਿਕ ਵਿਕਾਰ ਚੱਲ ਪੈਂਦੇ ਨੇ। ਤੇ ਇਹ ਸਿਰਾ ਚੜਨਾ ਬੇਕਾਰ ਹੈ। ਇਸ ਕਰਕੇ ਪਿਤਾ ਜੀ ਅਸੀਂ ਘੋੜੇ ਨੂੰ ਪ੍ਰਵਾਨ ਨਹੀਂ ਕਰਦੇ, ਚੜਨਾ ਨਹੀਂ ਹੈ। ਅਸਥਾਈ ਦੇ ਕੇ ਫਰਮਾਨ ਕਰਦੇ। ਫਿਰ ਮਾਤਾ ਪਿਤਾ ਨੇ ਸਮੁੱਚੇ ਰੂਪ ਦੇ ਵਿੱਚ ਕਿਹਾ, ਤੁਹਾਡੇ ਵਾਸਤੇ ਸੋਹਣਾ ਘਰ ਬਣਾਇਆ ਸੀ ਨਾਨਕ, ਤੂੰ ਕੱਲਾ ਕੱਲਾ ਪੁੱਤਰ ਹੈ ਸਾਡਾ, ਤੂੰ ਕਦੇ ਪੁੱਤਰ ਘਰ ਨਾ ਗਿਆ। ਆਪਣੇ ਪਰਿਵਾਰ ਨੂੰ ਲਿਆ, ਉੱਥੇ ਤਲਵੰਡੀ ਦੇ ਵਿੱਚ ਆਰਾਮ ਨਾਲ ਰਿਹਾ ਕਰ, ਹੁਣ ਤੂੰ ਬਥੇਰਾ ਫਿਰ ਲਿਆ ਹੈ। ਇਹਦਾ ਉੱਤਰ ਦਿੰਦੇ ਨੇ ਮਹਾਰਾਜ, ਘਰ ਮੰਦਰ ਖੁਸ਼ੀ ਨਾ ਕੀ। ਮਹਾਰਾਜ ਕਹਿੰਦੇ ਮਾਤਾ ਪਿਤਾ ਨੂੰ, ਸਾਡੇ ਘਰ ਕੱਚੇ, ਜਿਹੜਾ ਘਰ ਹੁੰਦਾ ਕੱਚਾ, ਮੰਦਰ ਪੱਕਾ, ਇੰਨਾ ਕੁ ਹੈ, ਉਹ ਵੀ ਰਹਿਣ ਦੀ ਜਗ੍ਹਾ ਹੈ, ਉਹ ਵੀ ਰਹਿਣ ਦੀ ਜਗ੍ਹਾ। ਮੰਦਰ ਜਿਹੜਾ ਚੂਨੇ ਦੇ ਨਾਲ ਇੱਟਾਂ ਦਾ ਬਣਿਆ ਹੋਵੇ, ਕੱਚਾ ਕੱਚੀਆਂ ਇੱਟਾਂ ਦਾ ਬਣ, ਘਰ ਮੰਦਰ ਸਾਡਾ ਇਹੀ ਘਰ, ਸਾਡਾ ਇਹੀ ਮੰਦਰ ਹੈ। ਤੇ ਕੱਚੇ ਤੇ ਪੱਕੇ ਮਕਾਨਾਂ ਦੀ ਨਿਆਈ, ਜਿਹੜਾ ਅਸੀਂ ਨਾਮ ਜਪ ਕੇ ਖੁਸ਼ ਰਹਿੰਦੇ ਹਾਂ, ਨਾਮ ਦੀ ਖੁਮਾਰੀ ਚੜੀ ਰਹਿੰਦੀ ਹੈ। ਬਸ ਇਹ ਨਾਮ ਦੀ ਖੁਮਾਰੀ ਚ ਰਹੇ, ਇਹ ਸਾਡੇ ਪੱਕੇ ਤੇ ਕੱਚੇ ਮਕਾਨ ਜਾਣ ਲਓ। ਨਦਰ ਤੇਰੀ ਪਰਵਾਰ। ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ हे ਪਰਮੇਸ਼ਰ, ਤੁਹਾਡੀ ਜਿਹੜੀ ਨਦਰ ਕਿਰਪਾ ਦ੍ਰਿਸ਼ਟੀ ਹੈ, ਇਹ ਸਾਡੇ ਗੁਣਾਂ ਦਾ, ਕਹਿੰਦੇ ਇਹੀ ਪਰਿਵਾਰ ਹੈ ਮਾਤਾ ਜੀ, ਸਾਡਾ ਤਾਂ ਅੰਤਰੀ ਪਰਿਵਾਰ ਹੈ, ਸਾਡਾ ਗੁਰਸਿੱਖੀ ਸਰੂਪ ਪਰਿਵਾਰ ਹੈ। ਹਰ ਥਾਂ ਜਿੱਥੇ ਜਾਂਦੇ ਹਾਂ ਪਰਿਵਾਰ 'ਚ ਰਹਿੰਦੇ ਹਾਂ, ਸ਼ੁਭ ਗੁਣਾਂ ਦਾ ਪਰਿਵਾਰ ਹੈ। ਤੇ ਪਰਿਵਾਰ ਨਾਮ ਘੇਰੇ ਦਾ ਹੁੰਦਾ। ਚੰਦਰਮਾ ਨੂੰ ਅਖੇ ਪਰਿਵਾਰਿਆ ਗਿਆ। ਚੰਦਰਮਾ ਚਮਕੀਲੀ ਜੀ ਪੀਂਘ ਗੋਲ ਦਾਇਰੇ ਦੀ ਹੁੰਦੀ ਹੈ, ਗੱਡੇ ਦੇ ਪਹੀਏ ਵਰਗੀ, ਉਹਦਾ ਨਾਮ ਪਰਿਵਾਰ ਹੈ। ਪਰਿਵਾਰ ਦਾ ਅਰਥ ਹੈ ਘੇਰਾ, ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ। ਪਰਿਵਾਰ ਦੇ ਅਰਥ ਨਹੀਂ ਜਾਣਦੇ, ਕਹਿੰਦੇ ਮੇਰਾ ਪਰਿਵਾਰ। ਪਰਿਵਾਰ ਹੁੰਦਾ ਕੀ ਹੈ? ਘੇਰਾ ਜਿਹਦੇ 'ਚ ਫਸਿਆ ਹੋਵੇ ਬੰਦਾ, ਵਿਚਾਲੇ ਹੋਵੇ। ਕਹਿੰਦੇ ਇਹ ਗੁਣਾਂ ਦਾ ਘੇਰਾ ਮੇਰੇ ਦੁਆਲੇ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜੇ ਹੁਕਮ ਸੋਈ ਤੁਧ ਭਾਵ ਸੀ। ਇਹ ਵਾਹਿਗੁਰੂ, ਤੈਨੂੰ ਜਿਹੜਾ ਭਾਵ ਸੀ ਭਾਉਂਦਾ ਹੈ, ਜੋ ਆਪ ਜੀ ਨੂੰ ਅੱਗੇ, ਉਹ ਪਿੱਛੇ ਵੀ ਉਹੀ ਹੋਇਆ ਜਿਹੜਾ ਤੁਹਾਨੂੰ ਭਾਉਂਦਾ ਸੀ, ਤੇ ਹੁਣ ਜਿਹੜਾ ਭਾਉਂਦਾ ਅੱਗੇ ਵੀ ਉਹੀ ਹੋਏਗਾ। ਹੁਣ ਵੀ ਜਿਹੜਾ ਭਾ ਰਿਹਾ ਹੋ ਰਿਹਾ, ਅੱਗੇ ਨੂੰ ਜਿਹੜਾ ਹੋਏਗਾ ਉਹ ਵੀ ਤੁਹਾਨੂੰ ਜਿਵੇਂ ਭਾਉਂਦਾ। ਇਹ ਤੁਹਾਡਾ ਇਹੋ ਹੁਕਮ ਹੈ। ਹੋਰ ਆਖਣ ਬਹੁਤ ਅਪਾਰ। ਹੋਰ ਜਿਹੜਾ ਹੰਕਾਰ ਦੇ ਸਹਿਤ ਕਹਿਣਾ, ਆਹ ਮੇਰਾ ਪਰਿਵਾਰ, ਆਹ ਮੇਰਾ ਮਕਾਨ, ਆਹ ਮੇਰੀ ਜਾਇਦਾਦ, ਮਹਾਰਾਜ ਕਹਿੰਦੇ ਇਹ ਸਾਨੂੰ ਪਸੰਦ ਨਹੀਂ ਹੈ। ਇਹ ਜਿਹੜਾ ਬਹੁਤਾ ਹੀ ਇਸ ਤਰ੍ਹਾਂ ਦਾ ਬੋਲੀ ਜਾਣਾ ਕਿ ਮੇਰਾ ਹੀ ਸਭ ਕੁਝ ਹੈ, ਸਭ ਕੁਝ ਮੇਰਾ ਕਰ ਰੱਖਿਆ, ਸਭ ਕੁਝ ਆਪਣਾ ਕਰ ਰੱਖਿਆ, ਖਿੰਨਵੇਂ ਪਿਆ ਪਰ ਖਿੰਨ ਦੇ ਵਿੱਚ ਹੀ ਪਰਾਇਆ ਹੋ ਜਾਂਦਾ ਹੈ। ਇਉਂ ਪਰਮੇਸ਼ਰ ਦਾ ਬਹੁਤਾ ਆਖਣਾ, ਦੂਸਰਾ ਅਰਥ ਇਹਦਾ, ਜੋ ਅਪਾਰ ਪਾਰਾਵਾਰ ਤੋਂ ਰਹਿਤਾ ਹੈ। ਤੇ ਇਸ ਕਰਕੇ ਸਾਡਾ ਤਾਂ ਇਹੀ ਹੈ। ਇੱਥੇ ਹੋਰ ਤੱਕ ਇਹਦਾ ਹੁਕਮ ਆਖਣਾ, ਹੋਰਨਾਂ ਨੂੰ ਜਿਹੜਾ ਕਹਿਣਾ ਵੀ ਆਹ ਹੁਕਮ ਮੰਨੋ ਤੁਸੀਂ ਉਸ ਪਾਰਾਵਾਰ ਦਾ, ਇਹ ਸਾਨੂੰ ਪਸੰਦ ਹੈ। ਜੇ ਨਾਨਕ ਸੱਚਾ ਪਾਤਸ਼ਾਹ। ਗੁਰੂ ਸਾਹਿਬ ਜੀ ਫਰਮਾਉਂਦੇ, हे ਪਿਤਾ ਜੀ, ਮੈਂ ਉਹ ਸੱਚਾ ਪਾਤਸ਼ਾਹ ਨਿਰੰਕਾਰ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਦੁਨੀਆ ਦਾ ਜਿਹੜਾ ਸੱਚਾ ਪਾਤਸ਼ਾਹ ਤਾਂ ਅਕਾਲ ਪੁਰਖ ਹੀ ਹੈ। ਤੇ ਹੋਰ ਜਿਹੜੇ ਝੂਠੇ ਬਾਦਸ਼ਾਹ ਹਨ, ਤੇ ਉਹ ਜਿਹੜੇ ਐਸੇ ਝੂਠੇ ਬਾਦਸ਼ਾਹ ਹਨ, ਪੁੱਛ ਨਾ ਕਰੇ ਵਿਚਾਰ। ਉਹ ਵਾਹਿਗੁਰੂ ਕਿਸੇ ਨੂੰ ਪੁੱਛ ਕੇ ਵਿਚਾਰ ਨਹੀਂ ਕਰਦਾ ਕਿ ਮੈਂ ਨਿਰਣਾ ਕਰਨਾ ਜੀ, ਦੱਸੋ ਤੁਸੀਂ ਮੈਨੂੰ ਸਲਾਹ ਦਿਓ। ਉਹ ਸੁਤੰਤਰ ਹੈ ਵੀ ਉਹ ਪੁੱਛ ਨਾ ਮਸਲੇ ਧਰੈ, ਜੋ ਕੁਛ ਕਰੈ ਸੋ ਆਪੇ ਕਰੈ। ਪਿਤਾ ਜੀ ਨੇ ਕਿਹਾ, ਪੁੱਤਰ ਤੇ ਐਵੇਂ ਭਰਮਦਾ ਫਿਰਿਆ,
ਸੋਹਣੇ ਘਰਾਂ 'ਚ ਕਿਤੇ ਆਰਾਮ ਕਰਕੇ ਕਿਤੇ ਸੌਂ ਕੇ ਵੀ ਦੇਖ ਲਿਆ ਕਰ, ਤੂੰ ਤਾਂ ਆਰਾਮ ਹੀ ਨਹੀਂ ਕਰਦਾ। ਫਿਰ ਫਰਮਾਨ ਕਰਦੇ ਨੇ, ਬਾਬਾ ਹੋਰ ਸੋਣਾ ਖੁਸ਼ੀ ਖਾਰ। ਹੇ ਪਿਤਾ ਜੀ, ਹੋਰ ਸੇਜਾ ਬਣਾ ਕੇ ਜਿਹੜਾ ਮੰਦਰਾਂ 'ਚ ਸੌਣਾ ਨਾ ਖੁਸ਼ੀ ਨਾਲ, ਇਹ ਖਰਾਬ ਦੁਖੀ ਕਰੂਗਾ ਪਰਲੋਕ ਦੇ ਵਿੱਚ। ਬਾਹਲਾ ਆਰਾਮ ਦੇ ਨਾਲ ਨਹੀਂ ਸੌਣਾ ਚਾਹੀਦਾ। ਰੋੜਾਂ ਦੀ ਗੁਰਕਰੀ ਵਿਛਾਈ ਐਵੇਂ ਨਹੀਂ ਸੀ ਕੀਤੀ ਮਹਾਰਾਜ ਨੇ। ਸੁਖਾਂ ਦੀਆਂ ਨੀਂਦਾਂ ਬਹੁਤੀ ਦੇਰ ਨਹੀਂ ਲੈਣੀਆਂ। ਇਹ ਨਹੀਂ ਵੀ ਸਾਰੀ ਰਾਤ ਇਹ ਘਰਾੜੇ ਚੱਲਦੇ ਰਹਿਣ। ਸਮੇਂ ਸਿਰ ਸੌਣਾ, ਸਮੇਂ ਸਿਰ ਉੱਠਣਾ, ਇਹ ਨਿਯਮ ਬਣਾਏ ਮਹਾਰਾਜ ਨੇ। ਖੁਆਰ ਕਰਦੀ ਹੈ ਨੀਂਦ ਫਿਰ ਨਹੀਂ। ਜਿਤ ਸੁੱਤੈ ਤਨ ਪੀੜੀਐ। ਮਹਾਰਾਜ ਕਹਿੰਦੇ ਜਿਤ ਜਿਸ ਨੀਂਦ ਦੇ ਸੁੱਤੇ ਪਿਆਂ ਸੌਣ ਦੇ ਵਿੱਚ ਤਨ ਪੀੜਤ ਹੋ ਜਵੇ, ਬੇਕਾਰੀ ਸੁਪਨੇ ਆਉਣ ਲੱਗ ਜਾਣ, ਅਨਿਸਤਰ ਹੋ ਜਵੇ ਸੁਪਨੇ ਦੇ, ਅਪਵਿੱਤਰ ਹੋ ਜਵੇ, ਤੇ ਉਹ ਐਸਾ ਜਿਹੜਾ ਪੀੜੀ ਹੈ, ਪੀੜਤ ਹੋ ਜਾਂਦਾ ਹੈ ਜਿਹੜਾ। ਮਨ ਮਹਿ ਚੱਲਹਿ ਵਿਕਾਰ ਰਹਾਉ। ਅਵਿਦਿਆ ਰੂਪੀ ਨੀਂਦ ਵਿੱਚ ਸੌਣ ਕਰਕੇ 84 ਲੱਖ ਜੂਨਾਂ ਦੇ ਵਿੱਚ ਦੁਖੀ ਹੁੰਦਾ ਫਿਰੂਗਾ। ਮਨ ਦੇ ਵਿੱਚ ਵਿਕਾਰ ਚੱਲਦੇ ਨੇ, ਕਾਮ ਆਦਿਕ ਵਿਕਾਰ ਪੈਦਾ ਹੁੰਦੇ ਨੇ। ਐਸੇ ਮੰਦਰਾਂ 'ਚ ਸੌਣਾ ਸਾਨੂੰ ਪਸੰਦ ਨਹੀਂ। ਰਹਾਓ ਫਿਰ ਇੱਥੇ ਇੱਕ ਤੋਂ ਵੱਧ ਰਹਾਓ, ਇਹ ਫਿਰ ਰਾਗੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ। ਇਹਦੇ ਵਿੱਚ ਵੀ ਸਿਧਾਂਤ ਰੱਖਿਆ ਹੈ। ਰਹਾਓ ਕੇ ਵਿਸਰਾਮ ਦੇ ਕੇ ਮਹਾਰਾਜ ਨੇ ਇੱਥੇ ਅੱਜ ਦੀ ਕਥਾ ਜਿਹੜੀ ਹੈ ਉਹ ਸਮਾਪਤ ਹੁੰਦੀ ਹੈ। ਗ੍ਰਹਿ ਨਿਵਾਸ ਸਤਿਗੁਰੂ ਕਿਰਪਾ ਕਰਨ, ਸਭ ਦੇ ਸਵਾਸ ਲੇਖੇ ਲਾਉਣ ਜੀ। ਆਓ ਇੱਥੇ ਸਮਾਪਤੀ ਹੈ। ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਜਿਤ ਸੁੱਤੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।